स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਖੁਸ਼ਾਮਦੀਦ। ਅੱਜ ਦਿਨ ਹੈ ਜੀ ਸੋਮਵਾਰ, ਤਰੀਕ ਹੈ 25 ਜੁਲਾਈ ਤੇ ਸਮਾਂ ਸ਼ਾਮ ਦੇ 6:30 ਦਾ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਹੈ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਜੀ ਸੁਖਵਿੰਦਰ ਸਿੰਘ ਸੰਧੂ ਹੋਰੀ ਨਿਊਯਾਰਕ ਤੋਂ, ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ, ਵਾਸ਼ਿੰਗਟਨ ਫਰੇਟ ਸਰਵਿਸ ਸ਼ਟਲ ਜਿਹੜੀ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਤੁਸੀਂ ਸ਼ਟਲ ਦੇ ਵਿੱਚ ਹੀ ਕੰਮ ਕਰਕੇ ਆਪਣਾ ਪੂਰੀ ਅੱਛੀ ਕਮਾਈ ਕਰ ਸਕਦੇ ਹੋ। ਅੱਛਾ ਬੋਨਸ ਦਿੰਦੇ ਨੇ, ਬੜਾ ਪ੍ਰੋਫੈਸ਼ਨਲ ਮਾਹੌਲ ਹੈ ਜੀ। ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060। ਇਸ ਪ੍ਰੋਗਰਾਮ ਦੇ ਮੇਨ ਸਪਾਂਸਰ ਨੇ ਜੀ ਸਰਦਾਰ ਬਲਵੀਰ ਸਿੰਘ ਉਸਮਾਨਪੁਰ। ਕੁਛ ਗੱਲਬਾਤ ਸ਼ੁਰੂ ਕਰਦੇ ਹਾਂ। ਢਿੱਲੋਂ ਸਾਹਿਬ, ਗੱਲ ਕਰੀਏ ਤਾਂ ਮਾਲਵੇ ਦੇ ਵਿੱਚ ਕਿਸੇ ਟਾਈਮ 80 ਦਹਾਕੇ ਦੇ ਵਿੱਚ ਗੰਨਾ ਬੜਾ ਅਹਿਮ ਫਸਲ ਮੰਨੀ ਗਈ ਸੀ ਤੇ ਕਿਸਾਨਾਂ ਨੂੰ ਬਹੁਤ ਉਹ ਤੋਂ ਫਾਇਦਾ ਵੀ ਹੋਇਆ ਸੀ। ਖਾਸ ਕਰਕੇ ਮੈਂ ਗੱਲ ਕਰਾਂ ਤਾਂ ਦੇਖੋ, ਜੇ ਫਾਜ਼ਿਲਕਾ ਦੇ ਏਰੀਏ ਦੀ ਗੱਲ ਕਰੀਏ, ਰੇਤਲ ਜ਼ਮੀਨ ਸੀ, ਸੇਮ ਸੀ, ਫਸਲ ਨਹੀਂ ਸੀ ਹੁੰਦੀ। ਇੱਥੋਂ ਤੱਕ ਕਿ ਉਹਨਾਂ ਦਿਨਾਂ ਦੇ ਵਿੱਚ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਮਾਲੀ ਸੀ ਜਿਹੜੇ ਆਗਰੇਵਾਲ ਦੇ, ਉਹ ਆ ਕੇ ਇੱਥੇ ਕੱਦੂ ਦੀਆਂ ਵੱਲਾਂ ਲਾਉਂਦੇ, ਹੋਰ ਲਾਉਂਦੇ, ਲੱਖ ਲੱਖ ਡੂੰਘੇ ਜਿਵੇਂ ਟੋਏ ਪੱਟ ਕੇ ਲਾਉਂਦੇ। ਫਿਰ ਇੱਥੇ ਗੰਨਾ ਮਿਲ ਲੱਗੀ। ਇਹੋ ਜਿਹੇ ਹਾਲਾਤ ਜੀਰੇ ਦੇ ਕੋਲੇ ਸੀ। ਜੀਰਾ ਵੀ ਰੇਤਲ ਇਲਾਕਾ ਸੀ, ਟਿੱਬੇ ਤਾਂ ਨਹੀਂ ਸੀ ਪਰ ਸੈਮੀ ਟਿੱਬੇ ਸੀ, ਬਠਿੰਡੇ ਵਾਲੇ ਟਿੱਬੇ ਨਹੀਂ ਆਪਾਂ ਕਹਿ ਸਕਦੇ। ਇਸੇ ਤਰ੍ਹਾਂ ਹੀ ਫਿਰ ਤੁਸੀਂ ਦੇਖਣਾ ਨਾਭੇ ਕੋਲੇ ਵੀ ਜਦੋਂ ਆਪਾਂ ਜਾਈਏ ਤਾਂ ਨਾਭਾ ਤੋਂ ਜਦੋਂ ਆਪਾਂ ਭਵਾਨੀਗੜ੍ਹ ਨੂੰ ਆਉਣੇ ਤਾਂ ਇਹ ਰਕਬਾ ਵੀ ਬੜਾ ਰੇਤਲ ਸੀਗਾ। ਇੱਥੋਂ ਤੱਕ ਕਿ ਰਖੜੇ ਜਿੱਥੇ ਸ਼ੂਗਰ ਮਿਲ ਲੱਗੀ ਹੈ, ਨਹਿਰੋਂ ਪਾਰ ਪਰਲਾ ਇਲਾਕਾ ਵੀ ਬਹੁਤ ਰੇਤਲ ਸੀ, ਇੱਥੇ ਵੀ ਸ਼ੂਗਰ ਮਿਲ ਲੱਗੀ। ਸੋ ਬੜਾ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕਿਸਾਨਾਂ ਨੂੰ ਬਹੁਤ ਉਹਦਾ ਫਾਇਦਾ ਹੋਇਆ, ਕਿਉਂਕਿ ਕੈਸ਼ ਕ੍ਰੌਪ ਮੰਨੀ ਜਾਂਦੀ। ਸਮੇਂ ਨੇ ਕਰਵਟ ਲਈ। ਮੈਨੂੰ ਯਾਦ ਹੈ ਸੱਜਣ ਕੁਮਾਰ ਜਾਖੜ ਜਦੋਂ ਬੇਅੰਤ ਸਿੰਘ ਦੀ ਸਰਕਾਰ ਵੇਲੇ ਸੀ, ਉਹਨਾਂ ਨੇ ਸਾਰੀਆਂ ਕੋਆਪਰੇਟਿਵ ਮਿੱਲਾਂ, ਸਣੇ ਸਪਿਨਿੰਗ ਮਿੱਲਾਂ, ਸਣੇ ਸ਼ੂਗਰ ਮਿੱਲਾਂ ਐਨ ਇੱਕ ਨੰਬਰ 'ਤੇ ਲਿਆ ਕੇ ਚਲਾਤੀਆਂ ਸੀ। ਮੁੜ ਕੇ ਇਹੋ ਜਿਹਾ ਬੇੜਾ ਬੈਠਿਆ ਕਿ ਲਗਭਗ ਫਾਜ਼ਿਲਕਾ ਵਾਲੀ ਸ਼ੂਗਰ ਮਿੱਲ ਨੂੰ ਛੱਡ ਕੇ ਤੇ ਮੇਰੇ ਖਿਆਲ ਤਰਨ ਵਾਲੀ ਤੇ ਮੋਰਿੰਡੇ ਵਾਲੀ, ਇਹਨਾਂ ਨੂੰ ਛੱਡ ਕੇ ਸਾਰੀਆਂ ਦੀਆਂ ਰਿਉੜੀਆਂ ਵੱਟਤੀਆਂ। ਉਹ ਰਿਉੜੀਆਂ ਇਹੋ ਜਿਹੀਆਂ ਵੱਟੀਆਂ ਢਿੱਲੋਂ ਸਾਹਿਬ, ਉਹ ਪੁੱਠਾ ਸੰਤਾਪ ਪੈ ਗਿਆ ਸਾਨੂੰ। ਜੀਰੇ ਦੀ ਸ਼ੂਗਰ ਮਿੱਲ ਵਿਵਾਦਾਂ ਦੇ ਵਿੱਚ ਆ ਗਈ, ਅੱਕੇ ਪਏ ਲੋਕ। ਹੁਣ ਫਿਰ ਧਰਨਾ ਲਾਉਣਾ ਪੈ ਗਿਆ ਉਹਨਾਂ ਨੂੰ। ਦਾਨੇਵਾਲੀਆ ਸਾਹਿਬ, ਜਿਹੜੀ ਤੁਸੀਂ ਕੋਆਪਰੇਟਿਵ ਮੂਵਮੈਂਟ ਦੀ ਗੱਲ ਕੀਤੀ ਹੈ, ਕੋਆਪਰੇਟਿਵ ਲਹਿਰ ਦੀ ਗੱਲ ਕੀਤੀ ਹੈ ਕਿ ਕਿਸੇ ਜ਼ਮਾਨੇ ਦੇ ਵਿੱਚ ਬੜੀ ਸਿਖਰ 'ਤੇ ਸੀ, ਅਤੇ ਜ਼ਮਾਨਾ ਕਿਹੜਾ ਸੀ ਜਦੋਂ ਪੰਜਾਬ ਕਾਲੇ ਦੌਰ ਦੇ ਐਨ ਆਪਾਂ ਕਹਿ ਸਕਦੇ ਹਾਂ ਸਿਖਰ ਦੇ ਉੱਤੇ ਸੀ। ਬਿਲਕੁਲ 1990, 91, 92 ਦਾ ਜਿਹੜਾ ਦਹਾਕਾ, ਅਸਲ 'ਚ ਕਹਿ ਦਈਏ 84 ਤੋਂ ਬਾਅਦ 85 ਦੇ ਵਿੱਚ ਭਾਵੇਂ ਗੌਰਮੈਂਟ ਬਣ ਗਈ ਸੀ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੀ, ਲੇਕਿਨ ਜਿਸ ਢੰਗ ਦਾ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਅਤੇ ਫਿਰ ਉਸ ਸਮਝੌਤੇ ਨੂੰ ਬਿਟਰੇ ਕੀਤਾ, ਇਹ ਸਾਰੀਆਂ ਗੱਲਾਂ ਤੋਂ ਬਾਅਦ ਫਿਰ ਉਹ ਲਹਿਰ ਇੱਕਦਮ ਫੇਰ ਹੋ ਗਈ ਸੀ ਅਤੇ ਬੜੀ ਖਤਰਨਾਕ ਮੂਵਮੈਂਟ ਜਿਹੜੀ ਉੱਠ ਖੜੋਤੀ ਸੀ। ਪੁਲਿਸ ਦੇ ਅਫਸਰ ਵੀ ਬੜੇ ਜਿਹੜੇ ਹੈਗੇ ਆ, ਕੇਂਦਰ ਨੇ ਚੁਣ ਕੇ ਲਾਤੇ ਸੀ ਕਿ ਆਹ ਬੰਦੇ ਖਾਤਮਾ ਕਰਨਗੇ, ਗੋਲੀ ਦਾ ਜਵਾਬ ਗੋਲੀ ਵਗੈਰਾ, ਇਹ ਜਿਹੇ ਸਲੋਗਨ ਲੱਗਣੇ ਸ਼ੁਰੂ ਕਰ ਦਿੱਤੇ। ਇੱਕ ਤਜਰਬਾ ਕੀਤਾ ਕਿ ਪਾਪੂਲਰ ਗੌਰਮੈਂਟ ਬਣਾਈ ਜਾਵੇ। ਪਾਪੂਲਰ ਗੌਰਮੈਂਟ ਬਣਾਉਣ ਦਾ ਜਿਹੜਾ ਪਹਿਲਾ ਤਜਰਬਾ ਉਹ ਚੰਦਰ ਸ਼ੇਖਰ ਹੋਰਾਂ ਦੀ ਸਰਕਾਰ ਨੇ ਕੀਤਾ ਸੀ। 1991 ਦੇ ਵਿੱਚ ਦੇਸ਼ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਸੀ। 85 ਤੋਂ ਬਾਅਦ ਸਾਡੇ ਤਾਂ ਚੋਣਾਂ ਨਹੀਂ ਸੀ ਹੋਈਆਂ ਜੀ। 99 ਦੇ ਵਿੱਚ ਚੋਣਾਂ ਜ਼ਰੂਰ ਹੋ ਗਈਆਂ ਸੀ, ਲੇਕਿਨ 91 ਚੋਣਾਂ ਫੇਰ ਆ ਗਈਆਂ ਸੀ। 91 ਵਾਲੀਆਂ ਜਿਹੜੀਆਂ ਚੋਣਾਂ ਸੀ, ਉਹਨਾਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਨਾਲ ਲੋਕ ਸਭਾ ਦੀਆਂ ਚੋਣਾਂ ਦਾ ਵੀ ਐਲਾਨ ਕਰ ਦਿੱਤਾ ਸੀ। ਅਤੇ ਉਸ ਵੇਲੇ ਜਿਹੜੀ ਸਥਿਤੀ ਇਹ ਸੀ ਕਿ ਅਕਾਲੀ ਦਲ ਜਿਹੜਾ, ਜਿਹਨੂੰ ਆਪਾਂ ਰਵਾਇਤੀ ਅਕਾਲੀ ਦਲ ਕਹਿ ਦਿੰਦੇ ਹਾਂ, ਇਸ ਅਕਾਲੀ ਦਲ ਦੇ 20 ਤੋਂ
ਉੱਪਰ ਜਿਹੜੇ ਹੈਗੇ Candidate ਉਮੀਦਵਾਰ ਜਿਹੜੇ ਉਹ ਮਾਰੇ ਗਏ ਸੀ। ਦਹਿਸ਼ਤ ਕਿੰਨੀ ਜ਼ਿਆਦਾ ਸੀ ਕਿ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਸਭ ਤੋਂ ਵੱਡੇ ਮੁਦਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਦਹਿਲ ਕੇ ਰਹਿ ਗਏ ਸੀ ਜੀ। ਔਰ ਬਾਦਲ ਸਾਹਿਬ ਨੇ ਆਪ ਗਿੱਦੜਬਾਹਾ ਤੋਂ ਜਿਹੜਾ ਉਹਨਾਂ ਦਾ ਆਪਣਾ ਇਲਾਕਾ ਸੀ, ਜੱਦੀ ਇਲਾਕਾ ਸੀ, ਉੱਥੋਂ ਚੋਣ ਨਹੀਂ ਸੀ ਲੜੀ। ਪੰਜਾਬ ਦੇ ਵਿੱਚੋਂ ਕਿਤੋਂ ਵੀ ਚੋਣ ਨਹੀਂ ਸੀ ਲੜੀ। ਉਦੋਂ ਮਨਪ੍ਰੀਤ ਨੂੰ ਲੜਾਇਆ ਨਾ ਜੀ, ਮਨਪ੍ਰੀਤ ਨੂੰ ਨਹੀਂ ਲੜਾਇਆ। ਉਸ ਵੇਲੇ ਇਹਨਾਂ ਨੇ ਜਬਰ ਜੰਗ ਸਿੰਘ ਚੱਕ ਦੂਹੇ ਵਾਲਾ ਹਾਂ ਠੀਕ ਉਹਨਾਂ ਨੂੰ ਖੜਾ ਕਰ ਦਿੱਤਾ ਸੀ। ਆਪ ਚੋਣ ਨਹੀਂ ਸੀ ਲੜੀ। ਚਲੋ ਜਦੋਂ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਸੀ, ਕਾਂਗਰਸ ਪਾਰਟੀ ਦੇ ਵੱਡੇ ਲੀਡਰ ਸੀ ਰਾਜੀਵ ਗਾਂਧੀ ਹੋਰੀ, ਇਹ ਚਲਦੀ ਚੋਣ ਕੰਪੇਨ ਦੇ ਦੌਰਾਨ ਹੀ ਤਾਮਿਲਨਾਡੂ ਚ ਮਾਰੇ ਗਏ ਸੀ ਇੱਕ ਬੰਬ ਧਮਾਕੇ ਚ। ਔਰ ਕੀ ਕੀਤਾ ਜਾਵੇ, ਪਹਿਲੇ ਪੜਾਅ ਦੇ ਵਿੱਚ ਹੀ ਕਾਂਗਰਸ ਪਾਰਟੀ ਦਾ ਜਦੋਂ ਥੋੜਾ ਜਿਹਾ ਉਭਾਰ ਚੜਿਆ ਵੀ ਕੀ ਕਰੀਏ, ਚਲੋ ਇਲੈਕਸ਼ਨ ਦਾ ਆ ਗਿਆ। ਹਾਲਾਂਕਿ ਕਾਂਗਰਸ ਪਾਰਟੀ ਦੇ ਕੋਲ ਸਪਸ਼ਟ ਬਹੁਮਤ ਨਹੀਂ ਸੀ ਆਇਆ, ਵੱਡੀ ਪਾਰਟੀ ਵਜੋਂ ਉੱਭਰੀ ਸੀ, ਤੇ ਉਸ ਵੇਲੇ ਫਿਰ ਨਰਸਿਮਹਾ ਰਾਓ ਨੂੰ ਪ੍ਰਾਈਮ ਮਿਨਿਸਟਰ ਬਣਾਤਾ ਸੀ ਜੀ। ਨਰਸਿਮਹਾ ਰਾਓ ਨੇ ਨੋਮੀਨੇਟ ਹੀ ਬਣ ਗਿਆ ਸੀ ਕਿ ਪ੍ਰਾਈਮ ਮਿਨਿਸਟਰ ਬਣੂਗਾ, ਇਹ ਪਤਾ ਲੱਗ ਗਿਆ ਸੀ। ਉਸੇ ਵੇਲੇ ਉਹਨਾਂ ਨੇ TN ਸ਼ੇਸ਼ਨ ਹੋਰਾਂ ਨੂੰ ਕਿਹਾ ਵੀ ਪੰਜਾਬ ਦੀ ਚੋਣ ਰੱਦ ਕਰ ਦਿਓ, ਤੇ ਪੰਜਾਬ ਦੀ ਚੋਣ ਰੱਦ ਹੋ ਗਈ ਜੀ। ਫਿਰ ਅਗਾਂਹ 92 ਦੀ ਚੋਣ ਹੁੰਦੀ ਹੈ, ਤੇ 92 ਦੀ ਚੋਣ ਦੇ ਵਿੱਚ ਅਕਾਲੀ ਦਲ ਨੇ ਵੀ ਸਾਰੀਆਂ ਪੰਥਕ ਧਿਰਾਂ ਨੇ ਬਾਈਕਾਟ ਕੀਤਾ, ਤੇ ਉਹ ਬਾਈਕਾਟ ਕਰਵਾਉਣ ਦੇ ਵਿੱਚ ਵੀ ਜਿਹੜਾ ਮੇਰੀ ਜਿੱਥੋਂ ਤੱਕ ਸਮਝ ਹੈ ਤੇ ਮੇਰਾ ਐਨਾਲਿਸਿਸ ਹੈ, ਉਹਦੇ ਵਿੱਚ ਸਰਕਾਰੀ ਪਿੱਠੂਆਂ ਨੇ ਜੀ, ਵੱਖ-ਵੱਖ ਧਿਰਾਂ ਦੇ ਵਿੱਚ ਬੈਠੇ ਹੋਏ ਸਰਕਾਰੀ ਏਜੰਸੀਆਂ ਦੇ ਏਜੰਟ, ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਕਿ ਕਿਸੇ ਨਾ ਕਿਸੇ ਤਰੀਕੇ ਇੱਥੇ ਜਿਹੜੀ ਹੈਗੀ ਹੈ ਅਕਾਲੀ ਦਲ ਦੇ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਧੜੇ ਹੈ ਇਹਨਾਂ ਨੂੰ ਚੋਣਾਂ ਤੋਂ ਅਲੱਗ ਕੀਤਾ ਜਾਵੇ ਜੀ। ਕਿਉਂਕਿ ਅਕਾਲੀ ਧੜੇ ਜੇ ਚੋਣ ਲੜਦੇ ਸੀ, ਖਾਸ ਕਰਕੇ ਜੇ ਅਕਾਲੀ ਦਲ ਅੰਮ੍ਰਿਤਸਰ ਬਾਦ ਸਿਮਰਜੀਤ ਸਿੰਘ ਮਾਨ ਵਾਲਾ ਚੋਣ ਲੜਦਾ ਸੀ ਤਾਂ ਸਰਕਾਰ ਉਹਨਾਂ ਦੀ ਬਣਦੀ ਸੀ। ਸਿਮਰਜੀਤ ਸਿੰਘ ਮਾਨ ਨੂੰ ਰੋਕਣ ਵਾਸਤੇ ਫਿਰ ਇੱਕ ਕੌਂਸਪੀਰੇਸੀ ਰਚੀ ਗਈ ਜਿਹਦੇ ਨਾਲ ਇੱਥੇ ਚੋਣਾਂ ਹੋਈਆਂ ਜੀ, ਤੇ ਉਹਨਾਂ ਚੋਣਾਂ ਦੇ ਵਿੱਚ ਬੇਅੰਤ ਸਿੰਘ ਦੀ ਸਰਕਾਰ ਹੋਂਦ ਵਿੱਚ ਆਉਂਦੀ ਹੈ, ਤੇ ਟੋਟਲ ਪੋਲਿੰਗ ਕਿੰਨੀ ਹੋਈ ਸੀ 13%। 13% ਦੇ ਵਿੱਚੋਂ ਦੇਖੋ ਤੁਸੀਂ ਇਹਨਾਂ ਨੂੰ ਕਿੰਨੀ ਕੁ ਪਈ ਹੋਣੀ ਹੈ, ਤੇ 13% ਵਾਲੀ ਸਰਕਾਰ ਬਣ ਗਈ। ਖੈਰ ਮੈਂ ਸਮਝਦਾ ਪਤਾ ਹੀ ਆ ਵੀ ਜੋਗਾ 400 ਵੋਟਾਂ ਦੇ 300 ਕੁਛ ਪਈਆਂ ਸੀ। 500 ਵੋਟਾਂ ਨਾਲ ਆਪਣੇ ਸਰਪੰਚ ਬਣ ਜਾਂਦਾ ਹੈ। ਕਈ ਵੱਡੇ ਪਿੰਡਾਂ ਤਾਂ ਵੱਡੇ ਪਿੰਡਾਂ ਦੇ ਵਿੱਚ ਉਹ ਬਣ ਜਾਂਦੇ ਆ, ਮੈਂਬਰ ਵੀ ਬਣਦੇ ਆ 500 ਵੋਟਾਂ ਦੇ ਨਾਲ। ਖੈਰ ਇਹ ਚੰਗੀ ਗੱਲ ਸੀ ਤੁਸੀਂ ਦੱਸਿਆ ਕਿ ਸੱਜਣ ਕੁਮਾਰ ਜਾਖੜ ਹੋਰੀ ਉਦੋਂ ਬਣ ਗਏ ਸੀਗੇ ਕੋਆਪਰੇਟਿਵ ਮਿਨਿਸਟਰ। ਔਰ ਜਾਖੜ ਪਰਿਵਾਰ ਦਾ ਕੋਆਪਰੇਟਿਵ ਮੂਵਮੈਂਟ ਦੇ ਨਾਲ, ਕੋਆਪਰੇਟਿਵ ਲਹਿਰ ਦੇ ਨਾਲ ਇੱਕ ਬਹੁਤ ਵੱਡਾ ਨੇੜਲਾ ਸੰਬੰਧ ਹੈ। ਇੱਕੋ ਤੱਕ ਗਏ ਵੱਡੇ ਜਾਖੜ ਸਾਹਿਬ, ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਕੋਆਪਰੇਟਿਵ ਲਹਿਰ ਦੇ ਮੁਤਾਬਕ ਮਤਲਬ ਜਿਹੜਾ ਹੈਗਾ ਆਪਣਾ ਕੰਮ ਕੀਤਾ, ਚੰਗੀ ਗੱਲ ਕੀਤੀ। ਪਰ ਫਿਰ ਸਾਰਾ ਕੁਝ ਨਿਪਟਦਾ ਗਿਆ। ਔਰ ਦੇਖੋ ਬੁਢਲਾਡੇ ਦੇ ਵਿੱਚ ਖੰਡ ਮਿਲ ਲੱਗੀ ਸੀ, ਉਹਦਾ ਚੱਕ ਕੇ ਸਾਰਾ ਸਾਜੋ ਸਮਾਨ ਵੇਚਤਾ ਜੀ। ਫਰੀਦਕੋਟ ਵਾਲੀ ਦਾ ਵਿਕਣ ਵਾਲਾ ਤਿਆਰ ਖੜਾ ਵੇਚਤੀ ਜੀ, ਉੱਥੇ ਵੀ ਕਲੋਨੀ ਕੱਟੀ ਜਾਂਦੇ ਆ। ਬੁਢਲਾਡੇ ਵਾਲੀ ਦੀ ਵੀ ਕਲੋਨੀ ਕੱਟੀ ਗਈ, ਹਬੋਰ ਸਪਿਨਿੰਗ ਮਿਲ ਦੀ ਕਲੋਨੀ ਕੱਟਤੀ, ਬਠਿੰਡੇ ਵਾਲੀਆਂ ਸਪਿਨਿੰਗ ਮਿਲਾਂ, ਮਲੋਟ ਵਾਲੀ ਦਾ ਵੀ ਰੱਸੇ ਪੈੜੇ ਵੱਟਦੇ। ਹਾਂ ਠੀਕ ਹੈ ਨਾ। ਤਾਂ ਚਲੋ ਇਹ ਹੋ ਗਈ। ਹੁਣ ਜਿਹੜੀ ਮੇਰੇ ਕੋਲੇ ਟੈਲੀਫੋਨ ਆਉਂਦਾ ਹੈ ਇੱਕ ਸੱਜਣ ਦਾ, ਉਹਨਾਂ ਦਾ ਨਾਂ ਹੈ ਬਿੱਟੂ, ਜੀਰੇ ਦੇ ਇਲਾਕੇ ਦੇ। ਤੇ ਪਹਿਲੀ ਗੱਲ ਤਾਂ ਮੈਂ ਇਸ ਗੱਲ ਤੋਂ ਮੈਨੂੰ ਬੜੀ ਸੰਤੁਸ਼ਟੀ ਹੋਈ ਕਿ ਸਾਡੇ ਜਿਹੜੇ ਸਰੋਤੇ ਹੈ ਜੀ, ਉਹ ਸਾਡੇ ਸਰੋਤੇ ਹੈ ਸਾਨੂੰ ਇੰਨੇ ਕੁ ਯੋਗ ਸਮਝਦੇ ਆ ਕਿ ਜੇ ਮਾਮਲਾ ਰੇਡੀਓ ਪੰਜਾਬ ਟੂਡੇ ਤੇ ਉਭਰੂਗਾ ਤਾਂ ਘੱਟੋ ਘੱਟ ਪੰਜਾਬ ਦੇ ਲੋਕਾਂ ਤੱਕ ਇਹਦੀ ਗੱਲ ਜਾਊ, ਸ਼ਾਇਦ ਸਰਕਾਰਾਂ ਦੇ ਕੰਨਾਂ ਤੇ ਵੀ ਕੋਈ ਨਾ ਕੋਈ ਜੂਸ ਸਕੇ। ਉਹ ਸੱਜਣ ਨੇ ਮੈਨੂੰ ਅਚਨਚੇਤ ਪਰਸੋਂ ਫੋਨ ਕੀਤਾ, ਕਹਿੰਦੇ ਜੀ ਗੱਲ ਇਹ ਹੈ ਵੀ ਆਹ ਮਾਮਲਾ ਜ਼ਰੂਰ ਉਠਾਓ, ਚਲੋ ਆਪਣੇ ਕੋਲੇ, ਕਿਉਂਕਿ 2 ਦਿਨ ਦੀ ਛੁੱਟੀ ਸੀਗੀ ਜੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਨਹੀਂ, ਕਹਿੰਦੇ ਜਦੋਂ ਵੀ ਮੌਕਾ ਹੋਇਆ ਉਦੋਂ ਗੱਲ ਕਰਿਓ। ਆਪਾਂ ਕਈ ਵਾਰੀ ਗੱਲ ਕੀਤੀ ਹੈ ਕਿ ਭਵਾਨੀਗੜ੍ਹ ਦੇ ਇਲਾਕੇ ਦੇ ਵਿੱਚ ਟਿਊਬਵੈਲ ਦੇ ਵਿੱਚੋਂ ਲਾਲ ਪਾਣੀ ਆਉਂਦਾ ਸੀ, ਤੇ ਬਿੱਟੂ ਹੋਰਾਂ ਨੇ ਮੈਨੂੰ ਦੱਸਿਆ, ਕਹਿੰਦੇ ਜੀ ਜੀਰਾ ਸ਼ੂਗਰ ਮਿਲ ਹੈ ਜਿਹੜੀ ਅਸਲ ਦੇ ਵਿੱਚ ਸ਼ਰਾਬ ਵੀ ਬਣਾਉਂਦੀ ਹੈ, ਉਹਦੇ ਨਾਲ ਪਿੰਡ ਹੈ ਇੱਕ ਮਈਆਂ ਵਾਲਾ, ਔਰ ਪਿਛਲੇ ਪਾਸੇ ਹੈ। ਉੱਥੇ ਜਿਹੜਾ ਹੈਗਾ ਜੀ ਇੱਕ ਗੁਰਦੁਆਰਾ ਸਾਹਿਬ ਹੈ ਭਗਤ ਬਾਬਾ ਦੁਨੀ ਚੰਦ। ਅੱਛਾ ਜੀ। ਔਰ ਉਸ ਗੁਰੂ ਘਰ ਦੇ ਵਿੱਚ ਬੋਰ ਲਾਉਣ ਦਾ ਤਰੱਦਦ ਕੀਤਾ ਪਿੰਡ ਦੇ ਲੋਕਾਂ ਨੇ, ਬੋਰ ਲਾ ਲਿਆ ਜੀ। ਬੋਰ ਜਿਹੜਾ ਹੈਗਾ ਜੀ ਕਾਫੀ ਡੂੰਘਾ ਹੈ, ਤੇ ਜਦੋਂ ਬੋਰ ਲਾ ਕੇ ਤੇ ਉਹਨਾਂ ਨੇ ਆਪਣਾ ਪਾਣੀ ਗੇੜਿਆ ਤੇ ਫਿਰ ਜਿਹੜੀ ਹੈ ਜੀ ਲਾਲ ਲਹੂ ਵਰਗਾ ਪਾਣੀ ਆਉਣ ਲੱਗ ਗਿਆ। ਅੱਛਾ ਜੀ। ਗੁਰੂ ਘਰ ਦੇ ਵਿੱਚ ਮੈਂ ਕਿਹਾ ਵੀ ਇਹ ਕਿਵੇਂ ਆਇਆ? ਉਹ ਫਿਰ ਮੈਨੂੰ ਉਹਨਾਂ ਨੇ ਦੱਸੀ, ਬਿੱਟੂ ਹੋਰਾਂ ਨੇ, ਉਹ ਕਹਿੰਦੇ ਅਸਲ ਦੇ ਵਿੱਚ ਜਿਹੜੇ ਖੰਡ ਮਿਲ ਵਾਲੇ ਆ ਨਾ, ਇਹ ਜਿਹੜੀ ਲਾਹਣ ਹੈ ਉਹ ਧਰਤੀ 'ਚ ਪਾਉਂਦੇ, ਉਹ ਬੋਰ ਕਰਕੇ ਤੇ ਧਰਤੀ 'ਚ ਪਾਉਂਦੇ। ਅੱਛਾ। ਧਰਤੀ ਨੂੰ ਪਲੀਤ ਕਰਦੇ, ਔਰ ਉਹਦਾ ਨਤੀਜਾ ਹੋਇਆ ਕਿ ਗੁਰੂ ਘਰ ਤੱਕ ਵੀ ਉਹ ਗੱਲ ਪਹੁੰਚ ਗਈ, ਤੇ ਉਹ ਨਲਕਾ ਜੋ ਲਾਇਆ ਜਾਂ ਜਿਹੜਾ ਬੋਰ ਵੀ ਜੋ ਵੀ ਲਾਇਆ ਉਹਨਾਂ ਨੇ, ਸਮਰਸੀਬਲ ਲਾਇਆ, ਉਹਦੇ ਵਿੱਚੋਂ ਜਦੋਂ ਗੰਦਾ ਪਾਣੀ ਨਿਕਲਣ ਲੱਗ ਗਿਆ ਤੇ ਫਿਰ ਪਿੰਡਾਂ ਦੇ ਲੋਕ ਹੋ ਗਏ ਇਕੱਠੇ ਜੀ। ਉਹਨਾਂ ਨੇ ਮਤਲਬ ਜਿਹੜਾ ਹੈਗਾ ਧਰਨਾ ਲਾਇਆ,
ਮੈਂ ਅਖਬਾਰਾਂ ਅੱਜ ਵੀ ਚੰਗੀ ਤਰ੍ਹਾਂ ਦੇਖੀਆਂ, ਤੁਸੀਂ ਵੀ ਦੇਖੀਆਂ ਹੋਣੀਆਂ, ਲੇਕਿਨ ਪ੍ਰਮੁੱਖਤਾ ਦੇ ਨਾਲ ਜਿਵੇਂ ਖਬਰ ਪ੍ਰਕਾਸ਼ਿਤ ਹੋਣੀ ਚਾਹੀਦੀ ਸੀ ਨਹੀਂ ਉਹ ਨਹੀਂ ਹੁੰਦੀ ਜੀ। ਹੁਣ ਉਹ ਨਹੀਂ। ਇਧਰ ਮਸਲਾ ਧਿਆਨ ਹੀ ਹੈ ਨਹੀਂਗਾ ਜੀ। ਮਤਲਬ ਹੁਣ ਤਾਂ ਗੱਲ ਇਸ ਗੱਲ ਦੀ ਹੈ ਵੀ ਜੀ ਉਹ ਗੋਲਡੀ ਬਰਾੜ ਕੀ ਕਹਿੰਦਾ ਕੀ ਕਹਿੰਦਾ ਹੈ ਤੇ ਉੱਥੇ ਭਕਨੇ ਪਿੰਡ ਦੇ ਵਿੱਚ ਕਿੰਨੇ ਮਰ ਗਏ, ਕਿੰਨੇ ਕਾਰਤੂਸ, ਸਾਰਾ ਕੁਝ ਉਧਰ ਲੋਕਾਂ ਵਾਲੇ ਮਾਮਲੇ ਨੂੰ ਬਿਲਕੁਲ ਇਗਨੋਰ ਕਰਤਾ। ਹਾਲਾਂਕਿ ਜੇ ਅਸੀਂ ਦੇਖੀਏ ਤਾਂ ਇਸ ਵੇਲੇ ਪ੍ਰਦੂਸ਼ਣ ਸਭ ਤੋਂ ਵੱਡਾ ਮੁੱਦਾ ਹੈ। ਮੈਂ ਦੇਖ ਰਿਹਾ ਸੀਗਾ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਹੁਣ ਰਾਜ ਸਭਾ ਦੇ ਮੈਂਬਰ ਬਣ ਗਏ। ਉਹਨਾਂ ਦੀਆਂ ਗੱਲਾਂ ਵੀ ਆਪਾਂ ਸੁਣਦੇ ਰਹੇ, ਆਪਣੇ ਕੋਲੇ ਆਉਂਦੇ ਵੀ ਇੱਥੇ ਰਹੇ, ਪ੍ਰੈਸ ਕਾਨਫਰੰਸਾਂ ਵੀ ਕਰਦੇ ਰਹੇ। ਉਹ ਵੀ ਕਹਿੰਦੇ ਵੀ ਆਪਣੇ ਕੋਲੇ ਬਹੁਤਾ ਲੰਬਾ ਪਾਣੀ ਨਹੀਂ ਰਹਿ ਗਿਆ, ਸਾਰਾ 14-15 ਸਾਲ ਦਾ ਪਾਣੀ ਰਹਿ ਗਿਆ, ਧਰਤੀ ਦੀ ਹਾਲਤ ਇੰਨੀ ਮਾੜੀ ਹੈ ਜੀ। ਖੈਰ ਉਹਨਾਂ ਨੇ ਇੱਕ ਬਹੁਤ ਵੱਡਾ ਤਰੱਦਦ ਕੀਤਾ, ਉਦਮ ਕੀਤਾ ਸੀ ਜਦੋਂ ਬਾਬੇ ਨਾਨਕ ਨਾਲ ਸੰਬੰਧਿਤ ਕਾਲੀ ਬੇਈ ਦਾ ਪਾਣੀ ਸਾਫ਼ ਕੀਤਾ ਸੀ ਜੀ। ਬੁੱਢੇ ਨਾਲੇ ਨੂੰ ਲੈ ਕੇ ਵੀ ਉਹ ਚਿੰਤਤ ਹੈ ਤੇ ਉਹ ਸਾਰਾ ਕੁਛ ਹੈ। ਚਲੋ ਆਮ ਆਦਮੀ ਪਾਰਟੀ ਨੇ ਜਿਹੜੀਆਂ ਆਪਦੀਆਂ ਪੁਰਾਣੀਆਂ ਗਲਤੀਆਂ ਕੀਤੀਆਂ ਸੀ ਉਹਨਾਂ ਗਲਤੀਆਂ ਨੂੰ ਸੁਧਾਰਨ ਵਾਸਤੇ ਇੱਕ ਚੰਗਾ ਕੰਮ ਇਹ ਕੀਤਾ ਕਿ ਸੰਤ ਬਲਵੀਰ ਸਿੰਘ ਸੀਚੇਵਾਲ ਹੋਰਾਂ ਨੂੰ ਰਾਜ ਸਭਾ ਦੇ ਵਿੱਚ ਮੈਂਬਰ ਲੈ ਲਿਆ। ਉਹਨਾਂ ਨੇ ਮੈਂਬਰ ਲੈ ਕੇ ਭੇਜ ਦਿੱਤਾ, ਉੱਥੇ ਪਹੁੰਚ ਕੇ ਉਹ ਮਾਮਲਾ ਉਠਾਉਣਗੇ। ਹੁਣ ਤੁਸੀਂ ਇਹ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਬੇਈ ਨਦੀ ਦੀ ਬਰਸੀ ਦਾ ਮੌਕਾ ਜਦੋਂ ਦੀ ਸਫਾਈ ਕੀਤੀ ਸੀ, ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਉੱਥੇ ਗਏ ਮੌਕੇ ਤੇ। ਬਿਲਕੁਲ ਭਗਵੰਤ ਮਾਨ ਹੋਰੀ ਗਏ ਉੱਥੇ, ਉਹਨਾਂ ਨੇ ਗੱਲਬਾਤ ਕੀਤੀ, ਸੰਤਾਂ ਨੇ ਪਾਣੀ ਪੀਤਾ, ਭਗਵੰਤ ਮਾਨ ਹੋਰਾਂ ਨੇ ਵੀ ਪਾਣੀ ਪੀ ਲਿਆ। ਇੱਕ ਤਾਂ ਬਹੁਤੀ ਗੱਲ ਹੈ ਵੀ ਆਪਣੇ ਕਈ ਫੇਸਬੁੱਕ ਕੀ ਹੈ ਵਿਦਵਾਨ ਇਸ ਗੱਲ ਦੇ ਉੱਤੇ ਪੈ ਗਏ ਜੀ ਵੀ ਭਗਵੰਤ ਮਾਨ ਨੇ ਪਾਣੀ ਪੀ ਕੇ ਜੀ ਉਹ ਫਿਰ ਨਾ ਗਲਾਸ ਦੇ ਵਿੱਚ ਥੋੜਾ ਜਿਹਾ ਪਾਣੀ ਬਚ ਗਿਆ ਡੂਲ ਤਾਂ ਕਹਿੰਦਾ ਜੀ ਉਹ ਪਾਣੀ ਕਿਉਂ ਜੁਟਾ ਦੱਸ। ਠੀਕ ਹੈ, ਉਹਦੇ ਤੇ ਵੀ ਮੈਂ ਕਿੰਤੂ ਪਰੰਤੂ ਦੇਖਿਆ ਤੇ ਫਿਰ ਦੂਜਾ ਕਿੰਤੂ ਪਰੰਤੂ ਉਦੋਂ ਦੇਖਿਆ ਜਦੋਂ ਭਗਵੰਤ ਮਾਨ ਤੇ ਕੋਈ ਅਚਨਚੇਤ ਕੋਈ ਅੱਜ ਕੱਲ੍ਹ ਤਾਂ ਕੋਈ ਪਤਾ ਨਹੀਂ ਲੱਗਦਾ ਬਿਮਾਰੀ ਕਦੋਂ ਹੋ ਜਾਏ, ਕਦੋਂ ਇਨਫੈਕਸ਼ਨ ਹੋ ਜਾਏ। ਇਨਫੈਕਸ਼ਨ ਹੋ ਗਈ, ਹੁਣ ਉਹ ਮੁੱਖ ਮੰਤਰੀ ਹੈ। ਇਹ ਵੈਸੇ ਗੱਲ ਮੁਹੱਲਾ ਕਲੀਨਿਕਾਂ ਦੀ ਗੱਲ ਵੀ ਚੱਲੀ ਤੇ ਸਰਕਾਰੀ ਹਸਪਤਾਲਾਂ ਦੀ ਗੱਲ ਵੀ ਚੱਲੀ, ਦਿੱਲੀ ਮਾਡਲ ਦੀ ਵੀ ਚੱਲੀ। ਇਹਦੇ ਤੇ ਵੀ ਫਿਰ ਕਈਆਂ ਨੇ ਬਣਾ ਲਈ ਗੱਲ ਜੀ ਕਿ ਬੰਦੇ ਦਾ ਢਿੱਡ ਦੁਖਣ ਲੱਗ ਗਿਆ ਤੇ ਦਿੱਲੀ ਕੀ ਲੈਣ ਗਿਆ, ਅਪੋਲੋ ਦੇ ਹਸਪਤਾਲ ਦੇ ਵਿੱਚੋਂ ਕਹਿੰਦੇ ਉਹ ਤਾਂ ਕ੍ਰਿਟੀਸਾਈਜ਼ ਕਰ ਦਿੰਦੇ ਸੀ ਕੈਪਟਨਾਂ ਨੂੰ, ਬਾਦਲਾਂ ਨੂੰ ਔਰ ਹਰਚਰਨ ਬਰਾੜ ਕੇ ਪਰਿਵਾਰਾਂ ਨੂੰ। ਖੈਰ ਕੁਛ ਵੀ ਹੋਵੇ ਉਹ ਮੁੱਖ ਮੰਤਰੀ ਹੈ। ਮੁੱਖ ਮੰਤਰੀ ਜਿਹੜਾ ਹੈਗਾ ਉਹ ਕਿਸੇ ਸਟੇਟ ਦਾ ਸਰਮਾਇਆ ਹੁੰਦਾ ਹੈ ਜੀ, ਉਹਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਹੁੰਦਾ ਹੈ। ਕਿ ਇੱਕ ਨੇ ਤਾਂ ਸੱਜਣ ਨੇ ਵੀ ਲਿਖ ਦਿੱਤਾ, ਮੈਨੂੰ ਤਾਂ ਬੜਾ ਹਾਸੀ ਵੀ ਆਵੇ, ਕਹਿੰਦੇ ਜੀ ਜਦੋਂ ਘਰੇ ਡਾਕਟਰ ਆ ਗਈ ਸੀ ਤੇ ਫਿਰ ਦਿੱਲੀ ਕੀ ਲੈਣ ਗਏ, ਪਿੰਡ ਦੇ ਵਿੱਚ ਤਾਂ ਕਹਿੰਦੇ ਝੋਲਾ ਛਾਪ ਠੀਕ ਕਰਦੇ, ਪਰ ਨਹੀਂ ਕਿਰਪਾ ਕਰਕੇ। ਚਲੋ ਜੀ, ਇਹ ਢਿੱਲੋਂ ਸਾਹਿਬ ਗੱਲਾਂ ਇਹ ਹੈ ਕਿ ਜਿਹੜਾ ਅੱਗੇ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਨਾ ਮਿਲਦਾ ਸੀ, ਸੱਥ 'ਚ ਵੀ ਨਹੀਂ ਕੋਈ ਕਿਸੇ ਨੂੰ ਬੋਲਣ ਦਿੰਦਾ ਸੀ। ਹੁਣ ਉਹ ਬੰਦਾ ਫੇਸਬੁੱਕ ਦੇ ਉੱਤੇ ਬਸ ਭਗਵੰਤ ਮਾਨ ਕਹਿੰਦਾ ਸੀ ਜਿਹੜੀ ਉਹ ਫੇਸਬੁੱਕ ਹੈ। ਹਾਂ, ਭਗਵੰਤ ਮਾਨ ਦੀ ਇੱਕ ਸੀ ਨਾ ਕਿ ਉਹ ਜਿਹੜੀ ਬੁੜੀ ਮਾਤਾ ਉਹਨੂੰ ਕਹਿੰਦੀ ਹੈ ਵੀ ਭਾਈ ਆ ਮੈਨੂੰ ਵੀ ਫੇਸਬੁੱਕ ਬਣਾ ਦੇ, ਮੈਨੂੰ ਵੀ ਫੇਸਬੁੱਕ ਬਣਾ ਲਈ ਵੀ ਉੱਤੇ ਹੀ ਲੈ ਲੈਂਦੇ ਮਾਤਰ। ਉਹ ਫੇਸਬੁੱਕ ਉੱਤੇ ਉਹਨਾਂ ਨੇ ਜੀ ਆਪਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਖੈਰ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਇਹ ਗੱਲ ਵੀ ਜੋੜੀ ਗਈ ਕਿ ਭਗਵੰਤ ਮਾਨ ਨੇ ਬੇਈ ਨਦੀ ਦੇ ਵਿੱਚੋਂ ਪਾਣੀ ਪੀਤਾ ਤੇ ਫਿਰ ਉਹਨੂੰ ਜਿਹੜੀ ਹੈਗੀ ਆ ਬਿਮਾਰੀ ਹੋਈ। ਲੇਕਿਨ ਸੰਤ ਸੀਚੇਵਾਲ ਹੋਰਾਂ ਨੇ ਗੱਲ ਕਹਿ ਦਿੱਤੀ ਕਿ ਭਾਈ ਉਹ ਤੋਂ ਪਹਿਲਾਂ ਪਾਣੀ ਮੈਂ ਪੀਤਾ ਸੀ। TDS ਵਗੈਰਾ ਪਹਿਲਾਂ ਵੀ ਅਸੀਂ ਚੈੱਕ ਕੀਤੀ ਹੈ, ਮਗਰੋਂ ਵੀ ਚੈੱਕ ਕੀਤੀ ਹੈ, ਉਹ ਬਹੁਤ ਵਧੀਆ। ਪਰ ਫਿਕਰਮੰਦਗੀ ਵਾਲੀ ਗੱਲ ਇਹ ਹੈ ਕਿ ਜੇ ਮੰਨ ਲਓ ਕੋਈ ਨਿੱਕੀ ਮੋਟੀ ਉਹਦੇ ਨਾਲ ਇਨਫੈਕਸ਼ਨ ਭਗਵੰਤ ਸਿੰਘ ਮਾਨ ਨੂੰ ਵੀ ਹੋਈ ਹੈ ਤੇ ਲੋਕਾਂ ਨੂੰ ਕਿੰਨੀ ਹੁੰਦੀ ਹੈ, ਫਿਰ ਕਿੰਨੀ ਹੋਣੀ? ਨਹੀਂ ਸਾਡੇ ਇਲਾਕੇ ਵਾਲਿਆਂ ਨੂੰ ਕਿੰਨੀ ਹੁੰਦੀ, ਤੁਹਾਡੇ ਇਲਾਕੇ ਵਾਲਿਆਂ ਨੂੰ ਕਿਹਾ ਜਿੱਥੇ ਮਤਲਬ ਧਰਤੀ ਦੇ ਵਿੱਚੋਂ ਲਾਣ ਨਿਕਲੀ ਜਾਂਦੀ ਗੁਰਦੁਆਰਾ ਸਾਹਿਬ ਦੇ ਵਿੱਚ, ਉੱਥੇ ਕੀ ਬਣਦਾ? ਗੁਰਦੁਆਰਾ ਸਾਹਿਬ ਹੋਵੇ, ਡੇਰਾ ਹੋਵੇ, ਮੰਦਿਰ, ਮਸਜਿਦ, ਕੁਛ ਵੀ ਹੋਵੇ, ਆਮ ਤੌਰ ਦੇ ਉੱਤੇ ਉੱਥੇ ਜਿਹੜੇ ਨਲਕੇ ਲੱਗੇ ਹੁੰਦੇ ਆ, ਉੱਥੇ ਜਿਹੜੇ ਪੰਪ ਲੱਗੇ ਹੁੰਦੇ ਆ, ਲੋਕ ਜਾ ਕੇ ਉੱਥੋਂ ਪਾਣੀ ਲੈਂਦੇ। ਇਹ ਮੰਨਿਆ ਜਾਂਦਾ ਵੀ ਇਹ ਪਵਿੱਤਰ ਪਾਣੀ ਹੈ, ਅੰਮ੍ਰਿਤ ਪਾਣੀ ਹੈ। ਤੇ ਯਾਰ ਹਾਲਤ ਜੇ ਇਹ ਹੋ ਜੇ ਤੇ ਲੋਕ ਉੱਥੇ ਕੀਤੇ ਤੇ ਇੱਥੇ ਸਾਰੀ ਸਰਕਾਰ ਦਾ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਪਾਰਲੀਮੈਂਟ ਦੇ ਵਿੱਚ ਭੇਜਣ ਦੇ ਨਾਲ ਮਾਮਲਾ ਖਤਮ ਨਹੀਂ ਹੁੰਦਾ। ਸਗੋਂ ਮਾਨ ਸਾਹਿਬ ਖਤਮ ਇਸ ਮਾਮਲੇ ਤੇ ਹੁੰਦਾ ਵੀ ਤੁਸੀਂ ਜਾਓ ਉੱਥੇ, ਤੁਸੀਂ ਜਾਓ, ਪਰ ਉੱਥੇ ਜੇ ਤੁਸੀਂ ਆਪਣਾ ਜਾਓ, ਆਪਦੀ ਟੀਮ ਨੂੰ ਭੇਜੋ। ਤੁਹਾਡਾ ਪੋਲਿਊਸ਼ਨ ਬੋਰਡ ਕੀ ਕਰਦਾ, ਪੋਲਿਊਸ਼ਨ ਬੋਰਡ ਵਾਲਿਆਂ ਨੂੰ ਭੇਜੋ ਜਾ ਕੇ ਭਾਈ ਆ ਕੀ ਹੋ ਰਿਹਾ ਤੇ ਉਹਨਾਂ ਨੂੰ ਸੁਝਾਵਾਂ ਦਿਓ। ਪਰ ਜਾਵੇਂ ਕੌਣ ਬਿੱਲੀ ਦੇ ਗੱਲ 'ਚ ਟੱਲੀ ਕੌਣ ਬੰਨੇ? ਨਹੀਂ, ਉਹ ਟੱਲੀ ਬੰਨਣ ਦੀ ਗੱਲ ਵੀ ਆਉਂਦੀ ਹੈ, ਇਹਨੂੰ ਗੱਲਾਂ ਕਈ ਵਿੱਚੋਂ ਹੋਰ ਆਉਂਦੀਆਂ। ਇੱਕ ਗੱਲ ਇਹ ਆ ਗਈ ਜੀ, ਕਹਿੰਦੇ ਦਿੱਲੀ ਦੇ ਵਿੱਚ ਜਿਹੜਾ ਲੈਫਟੀਨੈਂਟ ਗਵਰਨਰ ਹੈ ਉਹਨੇ ਕਹਿੰਦੇ ਜੀ ਇੱਕ ਇਨਕੁਆਰੀ ਮਾਰਕ ਕਰਤੀ CBI ਨੂੰ। CBI ਨੂੰ ਕਹਿੰਦਾ ਇਨਕੁਆਰੀ ਕਰੋ ਕਾਹਦੀ? ਕਹਿੰਦੇ ਜਿਹੜੀ ਦਿੱਲੀ 'ਚ ਸ਼ਰਾਬ ਦੇ ਠੇਕੇ ਅਲਾਟ ਕੀਤੇ ਆ ਪ੍ਰਾਈਵੇਟ ਕੰਪਨੀ ਨੂੰ, ਹੇਰਾਫੇਰੀ ਹੋਈ ਹੈ। ਹੁਣ ਮਾਫ ਕਰਨਾ, ਮੈਨੂੰ ਨਹੀਂ ਪਤਾ ਵੀ ਹੇਰਾਫੇਰੀ ਹੋਈ ਹੈ ਜਾਂ ਨਹੀਂ ਹੋਈ, ਲੇਕਿਨ ਠੇਕਿਆਂ ਦੀ ਗਿਣਤੀ ਤਾਂ ਉੱਥੇ ਵਧੀਆ। ਇਹ ਵੀ ਗੱਲ ਕਹਿੰਦੇ ਆ ਜੀ ਵੀ ਡੂਢਾ ਦੁੱਗਣਾ ਜਿਹੜਾ ਹੈਗਾ ਡੂਢਾ ਕਹਿੰਦੇ ਮੁਨਾਫਾ ਵੀ ਵਧ ਗਿਆ। ਉਹ ਨਾਲ ਕਈਆਂ ਬੰਦਿਆਂ ਨੇ ਇਹ ਦਲੀਲ ਵੀ ਦਿੱਤੀ ਹੈ ਜੀ ਵੀ ਜੇ ਉੱਥੇ ਮੁਨਾਫਾ ਵਧਿਆ ਸ਼ਰਾਬ ਦਾ ਤੇ ਉਹਦੇ ਨਾਲ ਘੱਟੋ ਘੱਟ ਜਿਹੜਾ ਉਹ ਲੋਕਾਂ ਦੀ ਬਿਜਲੀ ਦੇ ਬਿੱਲ ਮਾਫ ਕੀਤੇ ਆ, ਪਾਣੀ ਦੇ ਮਾਫ ਕੀਤੇ ਆ, ਉਹਦੇ ਨਾਲ ਵੀ ਫਾਇਦਾ ਹੋ ਜਾਊਗਾ। ਵੈਸੇ ਮਾਫ ਤਾਂ ਪੰਜਾਬ ਦੇ ਵਿੱਚ ਜਿਹੜੇ ਹੋਏ ਹੈ, ਇਹਦਾ ਪ੍ਰਚਾਰ ਉੱਥੇ ਹੋਈ ਜਾਂਦਾ, ਹਿਮਾਚਲ ਪ੍ਰਦੇਸ਼ ਵੀ ਹੋਈ ਜਾਂਦਾ, ਕਰਨਾਟਕਾ ਕੇਰਲਾ 'ਚ ਵੀ ਹੋਈ ਜਾਂਦਾ ਹੈ। ਪਰ ਉਹ ਜਿਹੜੀ ਮਾਫੀ ਵਾਲੀ ਆ ਉਹ ਲਿਸਟ ਪੜ੍ਹ ਕੇ ਦੇਖ ਲਓ ਤੇ ਜੇ ਮੇਰਾ ਖਿਆਲ ਤੁਸੀਂ ਪੜ੍ਹ ਕੇ ਦੇਖੋਗੇ
ਮੈਨੂੰ ਤਾਂ ਲੱਗਦੀ ਹੈ ਕਿ ਜਿਨ੍ਹਾਂ ਨੂੰ ਪਹਿਲਾਂ ਮਾਫ ਹੁੰਦਾ ਸੀ ਉਹੀ ਹੈ ਬਸ। ਉਦੋਂ ਬਾਅਦ ਜਿਹਨੂੰ ਅਸੀਂ ਜਨਰਲ ਵਰਗ ਕਹਿ ਦਿੰਦੇ ਆ, ਸਧਾਰਨ ਲੋਕ ਕਹਿ ਦਿੰਦੇ ਆ, ਜੇ ਤੁਹਾਡੇ ਘਰੇ ਕੋਈ ਨੌਕਰ ਲੱਗਿਆ ਜੀ, ਸਰਕਾਰੀ ਨੌਕਰੀ ਕਰਦਾ, ਤੁਸੀਂ ਤਾਂ ਵੀ ਉਹਦੇ ਜਿਹੜੇ ਖਾਸ ਕਰਕੇ ਜਨਰਲ ਕੈਟੇਗਰੀ ਦੇ ਤੁਸੀਂ ਅਯੋਗ ਹੋ ਜਾਂਦੇ ਹੋ। ਜੇ ਤੁਸੀਂ ਇਨਕਮ ਟੈਕਸ ਪੇਈ ਹੋ ਤੁਸੀਂ ਫਿਰ ਵੀ ਅਯੋਗ ਹੋ ਜਾਂਦੇ ਹੋ। ਜੇ ਤੁਸੀਂ BPL ਬਿਲੋ ਪਾਵਰਟੀ ਲਾਈਨ ਨਹੀਂ ਰਹਿੰਦੇ, ਤੁਸੀਂ ਭੁੱਖੇ ਨਹੀਂ ਮਰਦੇ, ਤਾਂ ਵੀ ਤੁਸੀਂ ਅਯੋਗ ਨਹੀਂ, ਤਾਂ ਤੁਹਾਨੂੰ ਉਹ ਬਿਜਲੀ ਬਿੱਲ ਦੇਣਾ ਹੀ ਪੈਣਾ ਹੈ। ਉਹ ਗੱਲਾਂ ਕਰਤੀਆਂ, ਖੈਰ ਉਹਦੇ ਨਾਲ ਆਪਾਂ ਜੁੜ ਕੇ। ਪਰ ਵੱਡੀ ਗੱਲ ਕੀ ਹੈ ਕਿ ਜਿਹੜੇ ਉਹ ਆਪਾਂ ਗੱਲ ਕਰਦੇ ਸੀਗੇ ਸ਼ਰਾਬ ਵਾਲੇ ਮਾਮਲੇ ਦੀ, ਕਿ ਜਿਨ੍ਹਾਂ ਦੇ ਮੈਂ ਹੁਣ ਤੁਹਾਨੂੰ ਇਸੇ ਕਰਕੇ ਆਫ ਦੀ ਏਅਰ ਪੁੱਛਿਆ ਸੀ ਵੀ ਜਿਹੜੀ ਇਹ ਫੈਕਟਰੀ ਲਾਈ ਹੈ ਲੱਗੀ ਕਿਹਦੀ ਹੈ, ਖਰੀਦੀ ਕਿਹਨੇ? ਕਹਿੰਦੇ ਜੀ ਬਹੁਤ ਵੱਡਾ ਸ਼ਰਾਬ ਦਾ ਕਾਰੋਬਾਰੀ ਹੈ ਬੰਦਾ, ਜਿਹਦੇ ਦਿੱਲੀ ਵਿੱਚ ਪੰਜਾਬ ਦੀ ਬੋਲਦੀ ਹੈ, ਦਿੱਲੀ ਦੇ ਵਿੱਚ ਵੀ ਕਹਿੰਦੇ ਉਹਦੀ ਤੂਤੀ ਬੋਲਦੀ ਹੈ, ਤੇ ਪੰਜਾਬ ਦੀ ਪਾਲਿਸੀ ਬਣਾਉਣ ਵਾਲਾ ਵੀ ਉਹੀ ਹੈ। ਤੇ ਮੇਰੇ ਖਿਆਲ ਮੁਤਾਬਕ ਫਿਰ ਉਧਰ ਕੌਣ ਕਰੇ ਜੀ ਮੂੰਹ? ਨਾ ਕੋਈ ਨਹੀਂ ਕਰ ਸਕਦਾ। ਕੌਣ ਭਰੂ ਜਰਵਾਨਾ ਕੱਚੀਆਂ ਕਹਿਲਾਂ ਦਾ? ਕੌਣ ਉਧਰ ਨੂੰ ਮੂੰਹ ਕੌਣ ਕਰੂਗਾ? ਕਿਉਂ ਨਹੀਂ ਅਖਬਾਰਾਂ ਤੇ ਜਿਹੜੇ ਹੈਗੇ ਟੈਲੀਵਿਜ਼ਨ ਕਿਉਂ ਨਹੀਂ ਬੋਲਦੇ? ਇਹ ਤਾਂ ਫਿਰ ਆਪਣੇ ਕਰਮਾਂ 'ਚ, ਇਹ ਆਪਣੇ ਕਰਮਾਂ 'ਚ ਲਿਖਿਆ ਨਹੀਂ, ਆਪਣੇ ਕਰਮਾਂ 'ਚ ਨਹੀਂ, ਸਾਡੀ ਡਿਊਟੀ ਬਣਦੀ ਹੈ। ਮੈਂ ਤਾਂ ਸਾਡੇ ਸੱਜਣਾ ਦਾ, ਸਾਡੇ ਜਿਹੜੇ ਹੈਗੇ ਆ ਲਿਸਨਰ, ਉਹਨਾਂ ਦਾ ਕੋਟਨ ਕੋਟ ਧੰਨਵਾਦ ਹੈ ਕਿ ਇਹੋ ਜਿਹੀਆਂ ਸਾਡੇ ਤੇ ਵਿਸ਼ਵਾਸ ਤਾਂ ਰੱਖਦੇ ਆ, ਇਹੋ ਜਿਹੀਆਂ ਚੀਜ਼ਾਂ ਉਹ ਸਾਡੇ ਧਿਆਨ 'ਚ ਲਿਆਉਂਦੇ ਹਨ। ਜੇ ਸਾਡੇ ਤੇ ਵਿਸ਼ਵਾਸ ਹੈ ਤਾਂ ਹੀ ਧਿਆਨ ਤੇ ਲੈਂਦੇ। ਔਰ ਅਸੀਂ ਜਿਹੜੀ ਹੈਗੀ ਹੈ ਪੂਰੀ ਇਮਾਨਦਾਰੀ ਦੇ ਨਾਲ, ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ, ਸਾਡਾ ਭਗਵੰਤ ਸਿੰਘ ਮਾਨ ਦੇ ਨਾਲ ਕੋਈ ਵਿਰੋਧ ਨਹੀਂਗਾ। ਪਰ ਸਾਡਾ ਇਹ ਕਿ ਜੇ ਸਾਡੇ ਪੰਜਾਬ ਦੇ ਲੋਕ ਮਰ ਰਹੇ ਹੈ ਤੇ ਇਕੱਲੇ ਨਾਰਿਆਂ ਦੇ ਨਾਲ ਸੰਤ ਸੀਚੇਵਾਲ ਨੂੰ ਟਿਕਟ ਦੇਣ ਦੇ ਨਾਲ ਗੱਲ ਨਹੀਂ ਬਣਦੀ। ਗੱਲ ਇਹ ਬਣਦੀ ਹੈ ਕਿ ਜਿੱਥੇ ਪਵਨ ਗੁਰੂ ਪਾਣੀ ਪਿਤਾ ਮਾਤਾ ਜਿਵੇਂ ਧਰਤ ਮਹੱਤ ਵਾਲੀ ਗੱਲ ਆਪ ਵੀ ਕਹਿੰਦੇ ਆ ਮਾਨ ਸਾਹਿਬ, ਘੱਟੋ ਘੱਟ ਜਿਹੜੀ ਚੀਜ਼ ਸਾਡੇ ਵਾਤਾਵਰਨ ਨੂੰ ਪਲੀਤ ਕਰਦੀ ਹੈ, ਸਾਡੇ ਗੁਰੂ ਘਰਾਂ ਦੇ ਵਿੱਚੋਂ ਜੇ ਖੂਨ ਵਰਗਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਫਿਰ ਮਗਰ ਕੀ ਰਹਿ ਗਿਆ? ਮਾਨ ਸਾਹਿਬ ਕਿਰਪਾ ਕਰਕੇ ਇਧਰ ਧਿਆਨ ਦਿਓ, ਇੱਥੇ ਕਰੋ ਜਿਹੜਾ ਕੰਮ ਕਰਨ ਵਾਲਾ। ਕੁਛ ਵਪਾਰਕ ਸਨੇਹ ਲੈ ਲਈਏ ਜੀ, ਫਿਰ ਹਾਜ਼ਰ ਹੋਈਏ। ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ 24 ਕੈਰਟ ਦੇ ਗਹਿਣੇ ਬਣਾਉਣੇ ਜੀ। ਕੋਈ ਵੀ ਘਰ ਦੇ ਵਿੱਚ ਫੰਕਸ਼ਨ ਹੈ ਜਾਂ ਸਮਝ ਲਓ ਵਿਆਹ ਹੈ, ਸ਼ਾਦੀ ਹੈ, ਨੌ ਰਾਣੀ ਨੂੰ ਪਾਉਣੇ ਆ, ਧੀ ਨੂੰ ਪਾਉਣੇ, ਜਵਾਈ ਨੂੰ ਪਾਉਣੇ ਆ, ਤਾਂ AC ਜਵੈਲਰਸ ਕੈਂਟ ਦੇ ਵਿੱਚ ਤੁਸੀਂ ਵਿਜੇ ਜੀ ਹੋਰਾਂ ਨਾਲ ਸੰਪਰਕ ਕਰੋ 8568038877 ਤੇ, ਜਾਂ ਫਿਰ 2536562666 ਦੇ ਉੱਤੇ ਕਾਲ ਕਰ ਸਕਦੇ ਹੋ। ਇਹ ਕੁੰਦਨ ਦੇ ਗਹਿਣੇ ਤੁਹਾਨੂੰ ਆਰਡਰ ਤੇ ਬਣਾ ਕੇ ਦਿੰਦੇ ਨੇ। ਐਡਰੈਸ ਹੈ ਜੀ 25416 104 ਐਵੀਨਿਊ ਕੈਂਟ। ਬੁੱਕ ਕੀਪਿੰਗ
ਟਰੱਕ ਬੁੱਕਕੀਪਿੰਗ ਕਰਨੀ ਹੈ, ਪਰਸਨਲ ਟੈਕਸਿਸ ਨੇ, ਪੇਰੋਲ ਹੈ, ਟੈਕਸਿਸ ਨੇ, ਸਟੇਟ ਟੈਕਸ ਹੈ, ਬਿਜ਼ਨਸ ਟੈਕਸ ਦੀਆਂ ਸੇਵਾਵਾਂ ਲੈਣ ਦੇ ਲਈ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਹੋਰਾਂ ਤੇ ਲੋਕਪਾਲ ਸਿੰਘ ਸੋਲ ਨਾਲ 2535208886 253 520 8886 ਤੇ ਅਪਾਇੰਟਮੈਂਟ ਬਣਾ ਲਓ। ਸਾਰਾ ਸਟਾਫ ਪੰਜਾਬੀ ਬੋਲਦਾ ਹੈ। 24915 104 ਐਵੀਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ, ਇੱਥੇ ਹਰ ਤਰ੍ਹਾਂ ਦੇ ਟਰੱਕ ਐਂਡ ਟ੍ਰੇਲਰ ਦੀ ਟਾਇਰ ਬੈਲੈਂਸਿੰਗ, ਨਵੇਂ ਟਾਇਰ ਚੇਂਜ ਕੀਤੇ ਜਾਂਦੇ ਨੇ, 3 ਐਕਸਲ ਅਲਾਈਨਮੈਂਟ ਕੀਤੀ ਜਾਂਦੀ ਨੇ, DOT ਸੇਫਟੀ, ਇੰਜਨ ਰੀਬਿਲਟ, ਡਿਫਰੈਂਸ਼ੀਅਲ ਗੇਅਰ, ਸਾਰਾ ਕੰਮ ਕੀਤਾ ਜਾਂਦਾ ਜੀ। ਐਡਰੈਸ ਹੈ ਜੀ 10224 ਰੈਜ਼ੀਡੈਂਸੀ ਰੋਡ, ਹਾਈਵੇ 66 ਐਗਜ਼ਿਟ 40 ਥਰੂ ਮਨਾਸਸ ਦੇ ਵਿੱਚ। ਫੋਨ ਨੰਬਰ ਹੈ 8043728800 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਢਿੱਲੋਂ ਸਾਹਿਬ, ਅਗਲੀ ਖਬਰ ਦੇ ਉੱਤੇ ਆਪਾਂ ਚਰਚਾ ਕਰੀਏ ਤਾਂ ਹੁਣ ਮੇਨ ਤੌਰ ਦੇ ਉੱਤੇ ਗੱਲ ਕਰੀਏ ਤਾਂ ਕੰਗਾਰੂ ਕੋਰਟਸ ਕੀ ਹੈ ਜੀ, ਜਿਹਦਾ ਬੜਾ ਚਰਚਾ ਚੱਲ ਰਹੀ ਹੈ ਤੇ ਇਹਦੇ ਉੱਤੇ ਟਿੱਪਣੀ ਵੀ ਕੀਤੀ ਹੈ ਚੀਫ ਜਸਟਿਸ ਆਫ ਇੰਡੀਆ ਨੇ। ਦੇਖੋ ਦਾਨੇਵਾਲੀਆ ਸਾਹਿਬ, ਅਸੀਂ ਅਦਾਲਤਾਂ ਨੂੰ ਬਹੁਤੇ ਵਾਰੀ ਲੈ ਲੈਂਦੇ ਆ ਆਪਣੇ ਏਜੰਡੇ ਦੇ ਉੱਤੇ ਕਿ ਅਦਾਲਤਾਂ ਨੂੰ ਜਿਵੇਂ ਕਰਨਾ ਚਾਹੀਦਾ ਉਵੇਂ ਨਹੀਂ ਹੁੰਦਾ ਜੀ, ਲੇਕਿਨ ਕੁਝ ਚੀਜ਼ਾਂ ਉਹ ਹੁੰਦੀਆਂ ਜਿਨ੍ਹਾਂ ਦਾ ਸਾਨੂੰ ਵੀ ਪਤਾ ਨਹੀਂ ਹੁੰਦਾ ਤੇ ਅਦਾਲਤਾਂ ਨੂੰ ਜਦੋਂ ਉਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਫਿਰ ਉਹ ਅਦਾਲਤਾਂ ਕਦੇ ਜ਼ਾਹਰ ਨਹੀਂ ਕਰਦੀਆਂ ਜੀ। ਲੇਕਿਨ ਸਾਡੇ ਸਮੇਂ ਦੀ ਇਹ ਖੁਦਕਿਸਮਤੀ ਹੈ ਕਿ ਜਦੋਂ ਗਗੋਈ ਸਾਹਿਬ, ਰੰਜਨ ਗਗੋਈ ਸਾਹਿਬ ਜਿਹੜੇ ਬੜੇ ਵਧੀਆ ਜੱਜ ਲੱਗਦੇ ਹੁੰਦੇ ਸੀ ਜੀ, ਤੇ ਤੁਹਾਡੇ ਯਾਦ ਹੈ ਜਦੋਂ 4-5 ਜੱਜਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਆਪਦੇ ਚੀਫ ਜਸਟਿਸ ਦੇ ਖਿਲਾਫ ਕਿ ਜੀ ਗਿਣ ਮਿੱਥ ਕੇ ਜਿਹੜੇ ਹੈਗੇ ਆ ਅਹਿਮ ਮਾਮਲੇ ਆ ਜਿਹੜੇ ਉਹ ਕੁਝ ਚੋਣਵੇਂ ਜੱਜਾਂ ਨੂੰ ਦਿੱਤੇ ਜਾਂਦੇ ਨੇ, ਖਾਸ ਕਰਕੇ ਜਿਹੜੇ ਕਾਰਪੋਰੇਟ ਘਰਾਣਿਆਂ ਨਾਲ, ਵੱਡੇ ਘਰਾਣਿਆਂ ਦੇ ਨਾਲ ਸੰਬੰਧਿਤ ਹੁੰਦੇ ਸੀ ਜੀ। ਉਦੋਂ ਜਿਹੜੇ ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਦੇ ਵਿੱਚ ਮਿਸਟਰ ਰੰਜਨ ਗਗੋਈ ਵੀ ਸੀ ਜੀ। ਤੇ ਲੱਗਦਾ ਸੀ ਕਿ ਰੰਜਨ ਗਗੋਈ ਸਾਹਿਬ ਬਹੁਤ ਵਧੀਆ ਜੱਜ ਹੈ ਤੇ ਇਹ ਗੱਲ ਕਲੀਅਰ ਸੀ ਕਿ ਇਹਨਾਂ ਨੇ ਚੀਫ ਜਸਟਿਸ ਬਣਨਾ ਤੇ ਕਾਫੀ ਸਮਾਂ ਰਹਿਣਾ ਹੈ। ਉਦੋਂ ਆਪਾਂ ਨੂੰ ਉਮੀਦ ਸੀ ਕਿ ਕੁਛ ਨਾ ਕੁਛ ਜਿਹੜਾ ਜੁਡੀਸ਼ਰੀ ਦੇ ਵਿੱਚ ਇਹ ਸੁਧਾਰ ਕਰਨਗੇ, ਲੇਕਿਨ ਹਾਲਾਤ ਕੁਛ ਇਹੋ ਜਿਹੇ ਬਣ ਗਏ ਕਿ ਜਦੋਂ ਚੀਫ ਜਸਟਿਸ ਬਣ ਗਏ ਤੇ ਉਹਨਾਂ ਨੇ ਜਿਹੜਾ ਹੈਗਾ ਪੁੱਠਾ ਗੇਰ ਪਾ ਲਿਆ। ਉਹਦਾ ਨਤੀਜਾ ਇਹ ਹੋਇਆ ਕਿ ਕੁਛ ਇਹੋ ਜਿਹੇ ਮਾਮਲੇ ਜਿਹੜੇ ਉਹਨਾਂ ਨੇ ਨਿਪਟਾਏ ਜਿਨ੍ਹਾਂ ਨੇ ਸਮਾਜ ਦੇ ਵਿੱਚ ਜੁਡੀਸ਼ਰੀ ਦਾ ਅਕਸ ਹੈ ਜਿਹੜਾ ਉਹ ਧੁੰਦਲਾ ਕੀਤਾ। ਉਸ ਤੋਂ ਬਾਅਦ ਹੋਰ ਵੀ ਜੱਜ ਸਾਹਿਬਾਨ ਆਏ, ਲੇਕਿਨ ਜਦੋਂ ਮੌਜੂਦਾ ਜੱਜ ਰਮੰਨਾ ਸਾਹਿਬ ਆਏ ਜੀ ਤੇ ਰਮੰਨਾ ਸਾਹਿਬ ਨੇ ਆ ਕੇ ਜਦੋਂ ਆਪਣਾ ਕੰਮ ਸ਼ੁਰੂ ਕੀਤਾ, ਇਹਨਾਂ ਦਾ ਕੰਮ ਬੋਲਣ ਲੱਗਿਆ ਤੇ ਪਹਿਲੇ ਪੜਾਅ ਦੇ ਵਿੱਚ ਤਾਂ ਤੁਹਾਡੇ ਯਾਦ ਹੋਣਾ ਰਮੰਨਾ ਸਾਹਿਬ ਨੂੰ ਚੀਫ ਜਸਟਿਸ ਬਣਨ ਤੋਂ ਰੋਕਣ ਦੇ ਯਤਨ ਵੀ ਹੋਏ ਸੀ। ਜਦੋਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਨੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨੂੰ ਇੱਕ ਬਿਆਨ ਵੀ ਜਾਰੀ ਕਰਤਾ ਸੀ ਜੀ। ਰਮੰਨਾ ਸਾਹਿਬ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਸੀ ਤੇ ਉਹਦਾ ਮਤਲਬ ਇਹ ਸੀ ਕਿ ਚੀਫ ਜਸਟਿਸ ਨਾ ਬਣ, ਲੇਕਿਨ ਉਹ ਚੀਫ ਜਸਟਿਸ ਬਣ ਗਏ। ਉਦੋਂ ਤੋਂ ਕਈ ਵਾਰੀ ਉਹਨਾਂ ਨੇ ਜਿਹੜੀਆਂ ਟਿੱਪਣੀਆਂ ਜਿਹੜੀਆਂ ਸਮਾਜ ਦੇ ਹਿੱਤ ਵਿੱਚ ਹੈ ਜੀ, ਉਹ ਜੁਡੀਸ਼ਰੀ ਦੇ ਵੀ ਕਈ ਵਾਰੀ ਆਪਣੇ ਸਾਥੀਆਂ ਨਾਲ ਵੀ ਥੋੜਾ ਬਹੁਤਾ ਉਹਨਾਂ ਦਾ ਮਤਲਬ ਜਿਹੜਾ ਵੀ ਸੁਭਾਅ ਮਿਲਦਾ ਨਹੀਂ, ਕਿਉਂਕਿ ਕਿਸੇ ਦੀ ਕੋਈ ਮਾਨਸਿਕਤਾ ਹੁੰਦੀ ਹੈ, ਕਿਸੇ ਦੀ ਕੋਈ ਮਾਨਸਿਕਤਾ ਹੁੰਦੀ ਹੈ। ਮਨੁੱਖੀ ਅਧਿਕਾਰਾਂ ਨੂੰ ਲੈ ਕੇ, ਘੱਟ ਗਿਣਤੀਆਂ ਨੂੰ ਲੈ ਕੇ, ਕਿਸਾਨਾਂ ਮਜ਼ਦੂਰਾਂ ਨੂੰ ਲੈ ਕੇ, ਜਿਹੜੇ ਦੱਬੇ ਕੁਚਲੇ ਲੋਕ ਆ ਉਹਨਾਂ ਨੂੰ ਲੈ ਕੇ ਜਿਹੜੇ ਉਹਨਾਂ ਦੇ ਸੀਨੇ ਦੇ ਵਿੱਚ ਦਰਦ ਹੈ ਤੇ ਉਹ ਦਰਦ ਉਹਨਾਂ ਦੀਆਂ ਟਿੱਪਣੀਆਂ ਤੋਂ ਝਲਕਦਾ ਹੈ ਜੀ। ਹੁਣ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਨਾ, ਉਹ ਗੱਲ ਉਹਨਾਂ ਨੇ ਬੜੀ ਮਹੱਤਵਪੂਰਨ ਕਹੀ ਹੈ। ਉਹ ਕਹਿੰਦੇ ਕੰਗਾਰੂ ਅਦਾਲਤਾਂ ਜੀ, ਕੰਗਾਰੂ ਕੋਰਟਸ ਜਿਹੜੇ ਹੈਗੀਆਂ ਇਹ ਲੋਕਤੰਤਰ ਨੂੰ ਪ੍ਰਭਾਵਿਤ ਕਰਦੀਆਂ ਜੀ। ਹੁਣ ਕੰਗਾਰੂ ਕੋਰਟਸ ਹੈ ਕੌਣ? ਤੇ ਉਹਨਾਂ ਨੇ ਜੀ ਫਿਰ ਸਿੱਧਾ ਆਪਾਂ ਨੂੰ ਲੈ ਲਿਆ ਨਿਸ਼ਾਨੇ ਤੇ। ਅੱਛਾ ਜੀ। ਮੀਡੀਆ ਨੂੰ ਕਹਿੰਦੇ ਵੀ ਮੀਡੀਆ ਮੀਡੀਆ ਦੇ ਕੋਲ ਬੜੀਆਂ ਤਾਕਤ ਹੈ ਜੀ। ਮੀਡੀਆ ਦਾ ਇੰਨਾ ਵਿਸਾਹ ਦਾਇਰਾ ਹੈ ਕਿ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਰਾਏ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ। ਕਈ ਵਾਰੀ ਤੁਸੀਂ ਦੇਖਿਆ ਕਿ ਸਰਕਾਰਾਂ ਬਣਾਉਣ ਤੇ ਉਲਟਾਉਣ ਦੇ ਵਿੱਚ ਵੀ ਮੀਡੀਆ ਦਾ ਵੱਡਾ ਯੋਗਦਾਨ ਹੁੰਦਾ ਹੈ। ਕਹਿੰਦੇ ਸਾਰਾ ਕੁਝ ਕਰਦਾ, ਪਰ ਮੀਡੀਆ ਦੋ ਕਿਸਮ ਦਾ ਹੈ ਜੀ, ਇੱਕ ਇਲੈਕਟ੍ਰੋਨਿਕ ਮੀਡੀਆ ਤੇ ਇੱਕ ਪ੍ਰਿੰਟ ਮੀਡੀਆ। ਜਿਹੜਾ ਪ੍ਰਿੰਟ ਮੀਡੀਆ ਕਹਿੰਦੇ ਉਹ ਕਿਸੇ ਨਾ ਕਿਸੇ ਵੱਧ ਵਧੇਜ ਦੇ ਵਿੱਚ ਹੈਗਾ। ਪ੍ਰਿੰਟ ਮੀਡੀਆ ਦੇ ਉੱਤੇ ਕੁਝ ਕਾਇਦੇ ਕਾਨੂੰਨ ਲਾਗੂ ਹੁੰਦੇ ਤੇ ਉਹ ਥੋੜਾ ਜਿਹਾ ਨਿਯਮਾਂ ਦੇ ਮੁਤਾਬਕ ਕੰਮ ਕਰਦੇ ਆ, ਇਹ ਉਹਨਾਂ ਨੇ ਗੱਲ ਕਹੀ ਹੈ। ਲੇਕਿਨ ਮੇਰਾ ਮੰਨਣਾ ਹੈ ਕਿ ਮੀਡੀਆ ਦੋ ਕਿਸਮ ਦਾ ਹੈ, ਇੱਕ ਆਮ ਲੋਕਾਂ ਦਾ ਮੀਡੀਆ ਤੇ ਇੱਕ ਜੋਕਾਂ ਦਾ ਮੀਡੀਆ ਜੀ, ਜਿਹਨੂੰ ਅਸੀਂ ਗੋਦੀ ਮੀਡੀਆ ਕਹਿ ਦਿੰਦੇ ਹਾਂ, ਜੋਕਾਂ ਦਾ ਮੀਡੀਆ। ਉਹ ਪ੍ਰਿੰਟ ਦੇ ਵਿੱਚ ਵੀ ਹੈਗਾ ਤੇ ਇਲੈਕਟ੍ਰੋਨਿਕ ਦੇ ਵਿੱਚ ਵੀ ਹੈਗਾ, ਲੇਕਿਨ ਇਲੈਕਟ੍ਰੋਨਿਕ ਦੀ ਜਿਹੜੀ ਪ੍ਰੋਬਲਮ ਦਾ ਸਾਹਮਣਾ ਜੁਡੀਸ਼ਰੀ ਨੂੰ ਕਰਨਾ ਪੈ ਰਿਹਾ
ਉਹਦਾ ਜ਼ਿਕਰ ਕੀਤਾ ਹੈ ਰਮਨਾ ਸਾਹਿਬ ਨੇ। ਜੀ ਔਰ ਇਹ ਜ਼ਿਕਰ ਹੋਇਆ ਕਿਉਂ? ਹੂੰ ਤੁਹਾਡੇ ਯਾਦ ਹੋਣਾ ਪਿਛਲੇ ਦਿਨਾਂ ਦੇ ਵਿੱਚ ਨੂਪਰ ਸ਼ਰਮਾ ਨੇ ਪੈਗੰਬਰ ਸਾਹਿਬ ਬਾਰੇ, ਜੀ ਮੁਹੰਮਦ ਪੈਗੰਬਰ ਸਾਹਿਬ ਬਾਰੇ ਕੁਝ ਇਤਰਾਜ਼ਯੋਗ ਟਿੱਪਣੀਆਂ ਕਰ ਬਿਲਕੁਲ ਬਿਲਕੁਲ। ਔਰ ਉਹਨਾਂ ਟਿੱਪਣੀਆਂ ਨੇ ਭਾਰਤ ਦਾ ਅਕਸ ਦੁਨੀਆ ਦੇ ਵਿੱਚ ਬਹੁਤ ਖਰਾਬ ਕੀਤਾ ਸੀ। ਉਹ ਤੋਂ ਬਾਅਦ ਉਹਨਾਂ ਦੇ ਖਿਲਾਫ ਕਈ ਮੁਕੱਦਮੇ ਦਰਜ ਹੋਏ ਵੱਖ-ਵੱਖ ਸਟੇਟਾਂ 'ਚ। ਉਹਨਾਂ ਮੁਕੱਦਮਿਆਂ ਨੂੰ ਇੱਕੇ ਜਗ੍ਹਾ ਤੇ ਇਕਮੁੱਠ ਕਰਵਾਉਣ ਵਾਸਤੇ ਕਿ ਇੱਕੋ ਜਗ੍ਹਾ ਤੇ ਮੁਕੱਦਮੇ ਚੱਲਣ, ਨੂਪਰ ਸ਼ਰਮਾ ਗਈ ਸੀਗੀ ਸੁਪਰੀਮ ਕੋਰਟ 'ਚ। ਜੀ ਵਕੀਲ ਵੀ ਉਹਨੇ ਵੱਡੇ ਵੱਡੇ ਕੀਤੇ ਸੀ। ਜਦੋਂ ਜਾ ਕੇ ਐਪਲੀਕੇਸ਼ਨ ਦਾਇਰ ਕੀਤੀ ਤੇ ਉਸ ਵੇਲੇ ਜਸਟਿਸ ਜਿਹੜੇ ਸੀਗੇ ਸੂਰਿਆਕਾਂਤ ਤੇ ਇੱਕ ਸ਼ਾਇਦ ਪਾਰਦੀ ਵਾਲਾ ਜਾਂ ਪਾਦਰੀ ਵਾਲਾ ਹੈ ਉਹਨਾਂ ਦਾ ਨਾਮ, ਜਸਟਿਸ ਪਾਰਦੀ ਵਾਲਾ, ਜੀ ਉਹਨਾਂ ਦੇ ਬੈਂਚ ਦੇ ਸਾਹਮਣੇ ਮਾਮਲਾ ਗਿਆ ਤੇ ਉਹਨਾਂ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਰਿਲੀਫ ਦੇਣ ਤੋਂ ਇਨਕਾਰ ਕਰਤਾ ਸੀ। ਕਹਿੰਦਾ ਸੀਗਾ ਵੀ ਅਸੀਂ ਤੁਹਾਡੀ ਗੱਲ ਸੁਣਨੀ ਨਹੀਂ ਚਾਹੁੰਦੇ ਕਿਉਂਕਿ ਸਮਾਜ ਦੇ ਵਿੱਚ ਤੂੰ ਅੱਗ ਲਾਉਣ ਦਾ ਕੰਮ ਕੀਤਾ। ਜੀ ਔਰ ਉਦੋਂ ਉਹਨਾਂ ਨੇ ਮੀਡੀਆ ਬਾਰੇ ਵੀ ਗੱਲ ਕਹੀ ਸੀ ਕਿ ਅਸੀਂ ਬਹਿਸਾਂ ਸੁਣਦੇ ਹਾਂ, ਅਸੀਂ ਦੇਖਦੇ ਹਾਂ ਕਿਹੜੇ ਪਾਸੇ ਨੂੰ ਜਾ ਰਿਹਾ ਮੀਡੀਆ। ਨੂਪਰ ਸ਼ਰਮਾ ਨੂੰ ਜਦੋਂ ਉਹਨਾਂ ਨੇ ਥੋੜਾ ਜਿਹਾ ਖਿੱਚਿਆ ਤੇ ਵਕੀਲ ਨੇ ਕਹਿੰਦਾ ਜੀ ਵੀ ਨੂਪਰ ਸ਼ਰਮਾ ਨੇ ਤਾਂ ਜਵਾਬ ਦਿੱਤਾ ਐਂਕਰ ਨੇ ਜੋ ਸਵਾਲ ਕੀਤਾ ਸੀ। ਜੀ ਤੇ ਜੱਜ ਸਾਹਿਬਾਨ ਨੇ ਫਿਰ ਇਹ ਸਵਾਲ ਵੀ ਉਠਾਤਾ ਸੀ ਕਿ ਐਂਕਰ ਦੇ ਖਿਲਾਫ ਕਾਰਵਾਈ ਫਿਰ ਕਿਉਂ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਜਦੋਂ ਉਹਨਾਂ ਨੇ ਇਹ ਗੱਲ ਰੋਕਣਾ ਚਾਹੀਦਾ ਸੀ ਉਹਨੂੰ। ਹਾਂ, ਜਦੋਂ ਉਹਨਾਂ ਨੇ ਇਹ ਗੱਲ ਕਹਿਤੀ ਦਾਨੇ ਵਾਲੀਆ ਜੀ, ਫਿਰ ਉਹ ਤੋਂ ਬਾਅਦ ਇੱਕ ਕੰਪੇਨ ਸਟਾਰਟ ਹੋਈ। ਜੀ ਔਰ ਉਸ ਕੰਪੇਨ ਦੇ ਵਿੱਚ ਵੱਡੇ ਵੱਡੇ ਜੱਜ, ਹਾਈ ਕੋਰਟਾਂ ਦੇ ਰਿਟਾਇਰਡ ਜੱਜ, ਸ਼ਾਇਦ ਇੱਕ ਅੱਧਾ ਕੋਈ ਸੁਪਰੀਮ ਕੋਰਟ ਦਾ ਵੀ ਹੋਵੇ, ਨੌਕਰਸ਼ਾਹ, ਜੀ ਜਿਹੜੇ ਲਾਈਨਾਂ ਦੇ ਵਿੱਚ ਹੁਣ ਵੰਡੇ ਜਾ ਚੁੱਕੇ ਹੈ, ਇੱਕ ਗੋਦੀ ਵਾਲੇ ਪਾਸੇ ਤੇ ਇੱਕ ਦੂਜੇ ਪਾਸੇ, ਜੀ ਉਹਨਾਂ ਨੌਕਰਸ਼ਾਹਾਂ ਨੇ ਫਿਰ ਇੱਕ ਕੰਪੇਨ ਚਲਾਈ ਸੋਸ਼ਲ ਮੀਡੀਆ ਦੇ ਜ਼ਰੀਏ। ਜੀ ਔਰ ਦੋਨਾਂ ਜੱਜਾਂ ਨੂੰ ਟਾਰਗੇਟ ਕੀਤਾ ਗਿਆ। ਆ ਨਹੀਂ ਜੀ, ਆ ਨਹੀਂ ਜੀ, ਆ ਨਹੀਂ ਜੀ, ਆ ਨਹੀਂ। ਇਹਦੇ 'ਚ ਸਾਰਾ ਕੁਝ ਹੋਇਆ। ਉਹਦੇ ਤੋਂ ਵੀ ਜਿਹੜੇ ਜਸਟਿਸ ਰਮਨਾ ਸਾਹਿਬ ਦੁਖੀ ਹੋਏ। ਰਮਨਾ ਸਾਹਿਬ ਨੇ ਕਿਹਾ ਕਿ ਜਿਹੜਾ ਅੱਜ ਦਾ ਇਲੈਕਟ੍ਰੋਨਿਕ ਮੀਡੀਆ ਹੈ, ਜੀ ਉਹ ਮੀਡੀਆ ਜਿਹੜੀਆਂ ਵਹਿਸਾਂ ਕਰਵਾਉਂਦਾ ਹੈ ਉਹ ਏਜੰਡਾ ਪ੍ਰੇਰਿਤ ਹੁੰਦੀਆਂ। ਏਜੰਡਾ ਪਹਿਲਾਂ ਤੈਅ ਹੈ, ਏਜੰਡਾ ਪਹਿਲਾਂ ਤੈਅ ਕੀਤਾ ਜਾਂਦਾ ਹੈ। ਤੇ ਉਹ ਕਹਿੰਦੇ ਵੀ ਜਦੋਂ ਏਜੰਡੇ ਦੇ ਰਾਹੀਂ ਇਸ ਕਿਸਮ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਹੈ ਤੇ ਨਤੀਜਾ ਫਿਰ ਕੀ ਹੁੰਦਾ ਹੈ? ਨਤੀਜਾ ਕਿ ਜਿਹੜੇ ਅਨੁਭਵੀ ਜੱਜ ਹੁੰਦੇ ਹੈ, ਜਿਨ੍ਹਾਂ ਦੇ ਕੋਲ ਬੜਾ ਤਜਰਬਾ ਹੁੰਦਾ, ਜਿਨ੍ਹਾਂ ਦੇ ਕੋਲ ਬੜੀ ਲਿਆਕਤ ਹੁੰਦੀ ਹੈ, ਉਹਨਾਂ ਨੂੰ ਆਪਣੀ ਜੱਜਮੈਂਟ ਦੇਣ ਦੇ ਵਿੱਚ ਵੀ ਬੜੀ ਮੁਸ਼ਕਲ ਆਉਂਦੀ ਹੈ। ਜੀ ਕਿਉਂਕਿ ਜਦੋਂ ਪ੍ਰਚਾਰ ਪ੍ਰਸਾਰ ਕਰਕੇ ਇੱਕ ਪਹਿਲਾਂ ਇਸ ਕਿਸਮ ਦਾ ਮਾਹੌਲ ਪੈਦਾ ਕਰਤਾ ਕਿ ਜੀ ਆਹ ਤਾਂ ਧੱਕਾ ਹੀ ਵਾਲਾ ਹੋ ਗਿਆ ਜੀ, ਇਸ ਮਾਮਲੇ 'ਚ ਨਹੀਂ। ਤੇ ਜੇ ਉਹਦੇ ਉਲਟੋ ਫੈਸਲਾ ਦਿੰਦੇ ਆ, ਉਹ ਲਾਭ ਮੁਤਾਬਕ ਫੈਸਲਾ ਦਿੰਦੇ ਜੀ, ਉਹ ਜਿਹੜੇ ਹੈਗੇ ਤੁਹਾਡੇ ਸਬੂਤਾਂ ਮੁਤਾਬਕ ਕੋਈ ਫੈਸਲਾ ਦਿੰਦੇ ਤਾਂ ਫਿਰ ਟਾਰਗੇਟ ਉਹਨਾਂ ਨੂੰ ਕੀਤਾ ਜਾਂਦਾ। ਇਹ ਉਹਨਾਂ ਨੇ ਕਿਹਾ ਕਿ ਲੋਕਤੰਤਰ ਦੇ ਲਈ ਬੜਾ ਖਤਰਾ ਹੈ। ਦਾਨੇ ਵਾਲੀਆ ਸਾਹਿਬ ਜੀ ਦੇਖੀਏ ਤਾਂ ਸੱਚਮੁੱਚ ਹੀ ਲੋਕਤੰਤਰ ਲਈ ਬਿਲਕੁਲ ਬਿਲਕੁਲ। ਜੇ ਅਦਾਲਤਾਂ ਠੀਕ ਤਰੀਕੇ ਨਾਲ ਕੰਮ ਨਾ ਕਰ ਰਹੀਆਂ, ਜਿਸ ਦੇਸ਼ ਦੇ ਵਿੱਚ ਅਦਾਲਤੀ ਢਾਂਚਾ ਤਹਿਸ ਨਹਿਸ ਹੋ ਗਿਆ, ਉਸ ਦੇਸ਼ ਦਾ ਲੋਕਤੰਤਰ ਗਿਆ। ਬਿਲਕੁਲ ਉਹ ਲੋਕਤੰਤਰ ਗਿਆ। ਰਮਨਾ ਸਾਹਿਬ ਦਾ ਜਿਹੜਾ ਦਰਦ ਹੈ, ਇਹ ਦਰਦ ਮੈਂ ਸਮਝਦਾ ਕਿ ਇਹ ਉਸ ਇਨਸਾਨ ਦਾ ਦਰਦ ਹੈ ਜਿਹੜਾ ਭਾਰਤ ਦੇ ਆਮ ਲੋਕਾਂ ਨੂੰ ਜਿਹੜੀਆਂ ਦਰਪੇਸ਼ ਮੁਸ਼ਕਲਾਂ ਉਹਨਾਂ ਨੂੰ ਅੰਡਰਸਟੈਂਡ ਕਰਦੇ, ਉਹਨਾਂ ਨੂੰ ਸਮਝਦੇ। ਔਰ ਇਹਦੇ ਤੇ ਉਹਨਾਂ ਨੇ ਕਿਹਾ ਵੀ ਜ਼ਰੂਰ ਕੋਈ ਕਾਰਵਾਈ। ਹੁਣ ਆਪਾਂ ਵੀ ਕਈ ਵਾਰੀ ਕਹਿ ਦਿੰਦੇ ਜੇ ਸੋਸ਼ਲ ਮੀਡੀਆ ਤੇ ਥੋੜੀ ਜਿਹੀ ਨਕੇਲ ਕਸੀ ਆਉਂਦੀ ਹੈ ਜੀ, ਫਿਰ ਆਪਾਂ ਕਹਿ ਦਿੰਦੇ ਜੀ ਤਾਂ ਗਲ ਕੁੱਟਤਾ। ਪਰ ਗੱਲ ਇਹ ਹੈ ਵੀ ਜੇ ਬਾਂਦਰ ਦੇ ਹੱਥ ਤੀਲਾਂ ਦੀ ਡੱਬੀ ਫੜਾ ਦਿਆਂਗੇ ਤਾਂ ਉਹ ਕਿ ਮੈਂ ਬਹੁਤ ਪਹਿਲਾਂ ਇੱਕ ਵਾਰੀ ਕੀ ਗੱਲ ਹੋਈ, ਦਾਨੇ ਵਾਲੀਆ ਸਾਹਿਬ ਬੜੀਆਂ ਇੱਕ ਬਹੁਤ ਕਾਬਲ ਆਪਣੇ ਇੱਕ ਵਕੀਲ ਹੁੰਦੇ ਸੀ ਜੀ, SP ਸ਼ਰਮਾ, ਸੁਰਿੰਦਰਪਾਲ ਸ਼ਰਮਾ, ਇੱਥੇ ਬਠਿੰਡੇ। ਉਹਨਾਂ ਕੋਲ ਬੈਠੇ ਮੇਰੀ ਵੀ ਉਹਨਾਂ ਨਾਲ ਸਿੱਖੀ ਸੇਵਕੀ ਸੀ ਤੇ ਗੱਲ ਚੱਲ ਪਈ ਵੀ ਕੌਣ ਕਿੰਨਾ ਪੜ੍ਹਿਆ ਤੇ ਕੌਣ ਕਿੰਨਾ ਪੜ੍ਹਿਆ। ਉਹ ਕਹਿੰਦੇ ਪੜ੍ਹਾਈ ਲਿਖਾਈ ਦਾ ਤੇ ਅਕਲ ਦਾ ਕੋਈ ਸੰਬੰਧ ਨਹੀਂ। ਅਨਪੜ੍ਹ ਬੰਦਾ ਵੀ ਜ਼ਿਆਦਾ ਅਕਲਮੰਦ ਹੋ ਸਕਦਾ ਹੈ ਜੀ, ਬਿਲਕੁਲ। ਤੇ ਕਈ ਵਾਰੀ ਪੜ੍ਹਿਆ ਲਿਖਿਆ ਬੰਦਾ ਜਿਹੜਾ ਹੈਗਾ, ਪੜ੍ਹਿਆ ਲਿਖਿਆ ਬੰਦਾ ਜੇ ਅਗਿਆਨੀ ਬੰਦੇ ਦੇ ਹੱਥ ਵਿੱਚ ਕਹਿੰਦਾ ਵੀ ਤੁਸੀਂ ਕਮਾਂਡ ਦੇ ਦਿਓ ਤੇ ਉਹ ਪੰਗਾ ਵੀ ਲੈ ਸਕਦਾ ਹੈ। ਮੈਂ ਤੇ ਕੁਝ ਹੋਰ ਸੱਜਣ ਬੈਠੇ ਸੀ, ਮੈਂ ਕਿਹਾ ਸ਼ਰਮਾ ਜੀ ਤੁਸੀਂ ਇਹ ਗੱਲ ਕਿਵੇਂ ਕਹਿਤੀ? ਤੇ ਉਹਨਾਂ ਨੇ ਇੱਕ ਗੱਲ ਕਹੀ ਕਿ ਮਸਲਨ ਜੀ ਜਿਵੇਂ ਅੱਜ ਕੱਲ੍ਹ ਆਪਣੇ ਵੋਟਾਂ ਪੈਂਦੀਆਂ, ਵੋਟਾਂ ਦੇ ਨਾਲ ਰਾਸ਼ਟਰਪਤੀ ਬਣਦੇ ਆ, ਵੋਟਾਂ ਦੇ ਨਾਲ ਪ੍ਰਧਾਨ ਮੰਤਰੀ ਬਣਦੇ ਆ। ਖੈਰ ਸਾਡੇ ਤਾਂ ਰਾਸ਼ਟਰਪਤੀ ਪ੍ਰਣਾਲੀ ਨਹੀਂ, ਅਮਰੀਕਾ ਦੇ ਵਿੱਚ ਰਾਸ਼ਟਰਪਤੀ ਪ੍ਰਣਾਲੀ ਹੈ ਜੀ, ਰੂਸ ਦੇ ਵਿੱਚ ਸੈਮੀ ਤਾਨਾਸ਼ਾਹੀ ਹੈ, ਉੱਥੇ ਇੱਕ ਪਾਰਟੀ ਦਾ ਰਾਜ ਵਾਲੀ ਗੱਲ ਹੀ ਹੈ ਜੀ। ਕਹਿੰਦੇ ਵੀ ਦੋਨਾਂ ਦੇਸ਼ਾਂ ਦੇ ਵਿੱਚੋਂ ਵੋਟਾਂ ਦੇ ਲਿਹਾਜ਼ ਨਾਲ ਜੇ ਆਪਾਂ ਦੇਖੀਏ, ਅਮਰੀਕਾ ਦੇ ਵਿੱਚ ਵੋਟਾਂ ਪੈਂਦੀਆਂ ਮਸਲਨ ਕਹਿੰਦਾ ਵੀ ਅਮਰੀਕਾ ਦਾ ਰਾਸ਼ਟਰਪਤੀ ਕੋਈ ਪੜ੍ਹਿਆ ਲਿਖਿਆ ਤਾਂ ਬਹੁਤ ਹੋਵੇ ਜੀ, ਡਿਗਰੀਆਂ ਉਹਦੇ ਕੋਲੇ ਹੋਣ, PhD ਵੀ ਉਹਨੇ ਕੀਤੀ ਹੋਵੇ, ਤੇ ਬੰਦੇ ਨੂੰ ਜਿਹੜੀ ਹੈਗੀ ਸਮਾਜਿਕ ਸਮਝ ਨਾ ਹੋਵੇ ਜੀ, ਉਹਨੂੰ ਮਨੁੱਖੀ ਹੱਕਾਂ ਮਨੁੱਖੀ ਅਧਿਕਾਰਾਂ ਬਾਰੇ ਗੱਲ ਨਾ ਪਵੇ। ਤੇ ਉਹਨਾਂ ਦੇ ਕੋਲ ਤਾਂ ਕਹਿੰਦਾ ਇੱਕ ਸੂਟਕੇਸ ਹੀ ਹੈ, ਅਮਰੀਕਾ ਵਾਲੇ ਕੋਲੇ ਵੀ ਰੂਸ ਵਾਲੇ ਕੋਲੇ ਵੀ। ਮੈਂ ਕਿਹਾ ਜੀ ਉਹ ਸੂਟਕੇਸ ਕਾਹਦੇ? ਕਹਿੰਦਾ ਉਹਦਾ ਚਾਬੀਆਂ ਜੀ, ਜਿਹੜੀਆਂ ਪਰਮਾਣੂ ਹਥਿਆਰਾਂ ਦੀਆਂ। ਕਹਿੰਦਾ ਅਗਿਆਨੀ ਬੰਦਾ ਰਾਤ ਨੂੰ ਦਾਰੂ ਸਿੱਕਾ ਪੀਤਿਆ ਹੋਵੇ, ਕਹਿੰਦਾ ਉਹ ਇਹ ਕਈ ਵਾਰੀ ਇਹ ਵੇਖ ਲੈਂਦੇ ਵੀ ਆਪਾਂ ਇਹਨੂੰ ਚਲਾ ਕੇ ਨਾ ਦੇਖ ਲਈਏ ਜੀ,
ਜੇ ਖੁਦਾ ਨਾ ਖਾਸਤਾ ਕਹਿੰਦਾ ਉਹਨੇ ਕਿਸੇ ਮਜਾਇਲ ਜੀ ਦਾ ਬਟਨ ਦਬਤਾ, ਦੁਨੀਆ ਤਾਂ ਤਬਾਹ ਹੋ ਜੂ। ਬਿਲਕੁਲ। ਕਿਉਂਕਿ ਇੱਕ ਪਾਸੇ ਦੂਜੇ ਪਾਸੇ ਨੂੰ ਉਹ ਅਗਿਆਨੀ ਬੰਦਿਆਂ ਦੇ ਹੱਥ ਵਿੱਚ ਜਿਹੜਾ ਗਿਆਨ ਆਉਣ ਵਾਲੀ ਗੱਲ ਬਣਦੀ ਹੈ ਉਹ ਹੈ। ਮੇਰਾ ਮੰਨਣਾ ਹੈ ਕਿ ਜੋ ਸੋਸ਼ਲ ਮੀਡੀਆ ਵਾਲੀ ਕਾਰਵਾਈ ਹੈ ਬਹੁਤ ਵਧੀਆ ਗੱਲ ਹੈ। ਇਹਦੇ ਨਾਲ ਅਸੀਂ ਆਪਣਾ ਸੰਦੇਸ਼, ਆਪਣਾ ਸੁਨੇਹਾ ਭੇਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ। ਲੇਕਿਨ ਅੱਜ ਸੋਸ਼ਲ ਮੀਡੀਆ ਦੀ ਜਿੰਨੀ ਦੁਰਵਰਤੋਂ ਹੋ ਰਹੀ ਹੈ, ਤੁਸੀਂ ਚੱਜ ਦੀ ਗੱਲ ਕਰ ਲਓ, ਤੁਹਾਨੂੰ ਬਾਂਹ ਕਰਕੇ ਪੈ ਜਾਣਗੇ। ਬਿਲਕੁਲ ਤੁਹਾਨੂੰ ਮਤਲਬ ਜਿਹੜੀ ਹੈਗੀ ਹੈ ਤੁਹਾਡੀ ਕੋਈ ਡਿਬੇਟ ਚੱਲਣੀ ਨਹੀਂ। ਨਾ ਜੀ, ਨਾ। ਹੁਣ ਤੁਸੀਂ ਦੇਖੋ ਵੀ ਆਹ ਮੁਕਾਬਲਾ ਹੋ ਗਿਆ ਉੱਥੇ, ਉਸ ਮੁਕਾਬਲੇ ਦੇ ਉੱਤੇ ਗੋਲਡੀ ਬਰਾੜ ਦਾ ਆ ਗਿਆ ਕਿ ਉਹ ਬੰਦੇ ਸਰੈਂਡਰ ਕਰਨਾ ਚਾਹੁੰਦੇ ਸੀ। ਮੈਂ ਉਹਨਾਂ ਨੂੰ ਰੋਕਿਆ ਵੀ ਸਰੈਂਡਰ ਨਾ, ਉਹ ਸਰੈਂਡਰ ਨਹੀਂ ਕਹੂਗਾ ਤੇ ਕੀ ਕਰੀਏ, ਘੇਰੇ 'ਚ ਆ ਗਏ। ਕਹਿੰਦਾ ਮੈਂ ਕਿਹਾ ਸਰੈਂਡਰ ਕਰ ਦਿਓ, ਤੁਹਾਨੂੰ ਛੁਡਵਾ ਲਾਂਗੇ, ਤੁਸੀਂ ਕਰ ਲਓ। ਕਹਿੰਦੇ ਵੀ ਨਹੀਂ, ਅਸੀਂ ਸਰੈਂਡਰ ਨਹੀਂ ਕਰਨਾ। ਇਸ ਗੱਲ ਦੇ ਉੱਤੇ ਵੀ ਉਹ ਜੀ ਗੋਲਡੀ ਬਰਾੜ ਹੈ ਕਿ ਕੋਈ ਹੋਰ ਹੈ ਕਿ ਕਿਹਨੇ ਕੀ ਕੀਤਾ ਜੀ, ਕਿ ਸੋਸ਼ਲ ਮੀਡੀਆ 'ਤੇ ਇੱਕ ਬਹਿਸ ਚੱਲ ਪਈ ਹੈ। ਉਹ ਬਹਿਸ ਨੇ ਪਤਾ ਨਹੀਂ ਜਾ ਕੇ ਕਿੱਥੇ ਲੱਗਣਾ। ਹੁਣ ਉੱਥੇ ਗੱਲ ਇਹ ਕੀਤੀ ਜਾ ਰਹੀ ਹੈ ਕਿ ਬੰਦੇ ਅਸਲ 'ਚ ਮੁਕਾਬਲਾ ਨਹੀਂ ਹੋਇਆ, ਫੜ ਕੇ ਭਾਈ ਉਹ ਡਿੱਗਿਆ ਨਹੀਂ ਨਾ ਬੰਦਾ। ਕਹਿੰਦੇ ਵੀ ਅਸਾਲਟ ਪੁੱਠੀ ਉਹਦੇ ਮੂੰਹ ਕਰਨੀ ਕਿਵੇਂ ਹੋਊਗੀ, ਉਹਦੇ ਉੱਤੇ ਕੀ ਕਹਿੰਦੇ ਦੇਖੋ ਇਹ ਗੱਲ ਆਪ ਕਰ ਲੈਂਦੀਆਂ ਪੁਲਿਸ, ਇਹ ਬਥੇਰਾ ਕੁਛ ਇਹ ਜਾਂ ਕੁਛ ਹੋ ਜਾਂਦਾ ਹੈ, ਇਹਦੇ 'ਚ ਕੋਈ ਗੱਲ ਨਹੀਂ। ਪਰ ਗੱਲ ਹੈ ਜਿਹੜਾ 2-3 ਗੱਲਾਂ ਉੱਥੇ ਬਾਕੀ ਛੱਡ ਦਈਏ ਆਪਾਂ। ਮੈਂ ਇਹ ਨਹੀਂ ਕਹਿੰਦਾ ਕਿ ਸੱਚਮੁੱਚ ਹੀ ਉਹ ਸੱਚਾ ਮੁਕਾਬਲਾ ਹੋਊਗਾ, ਜਾਂ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਝੂਠਾ ਹੋਊਗਾ। ਲੇਕਿਨ 1-2 ਗੱਲਾਂ ਜਿਹੜਾ ਹੈਗਾ ਸਾਨੂੰ ਸੋਚਣ ਵਾਸਤੇ ਮਜਬੂਰ ਕਰਦੀਆਂ। ਜਿਹੜਾ ਬਲਜਿੰਦਰ ਸਿੰਘ ਥਾਣੇਦਾਰ ਸੀ ਮਾਨਸਾ ਪੁਲਿਸ ਦਾ, CIA ਸਟਾਫ ਦਾ, ਉਹਦੇ ਹਿੱਕ 'ਚ ਗੋਲੀ ਵੱਜੀ। ਬਾਕੀ ਗੱਲਾਂ ਤਾਂ ਆਪਾਂ ਕਰ ਲਈ ਵੀ ਉਂਗਲ 'ਚ ਮਾਰ ਲਈ, ਲੱਤ ਵਿੱਚ ਦੀ ਕੱਢ ਲਈ, ਸਾਰਾ ਕੁਝ। ਹਿੱਕ ਦੇ ਵਿੱਚ ਗੋਲੀ ਮਾਰਨੀ ਖਾਲਾ ਹੀ ਦਾ ਵਾੜਾ ਨਹੀਂ। ਉਹ ਤਾਂ ਨਹੀਂ ਕਹਿੰਦੇ, ਉਹ ਤਾਂ ਉਹਦੀ ਜਾਨ ਇਸ ਕਰਕੇ ਬਚ ਗਈ, ਜਾਂ ਦੂਰ ਹੋਣਾ, ਜਾਂ ਉਹਦੀ ਬੁਲਟ ਪ੍ਰੂਫ ਜੈਕਟ ਪਾਈ ਹੋਣੀ, ਇਸ ਕਰਕੇ ਉਹਦੀ ਜਾਨ ਬਚ ਗਈ। ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ। ਮਤਲਬ ਹੈ ਵੀ ਕਈ ਵਾਰੀ ਬਹਿਸ ਜਿਹੜੀ ਹੋਵੇ, ਸਿਹਤਮੰਦ ਬਹਿਸ ਹੋਵੇ, ਉਸਾਰੂ ਬਹਿਸ ਹੋਵੇ, ਉਹਦੇ ਵਿੱਚੋਂ ਕੁਝ ਨਵੇਂ ਵਿਚਾਰ ਨਿਕਲਣ, ਵਗੈਰਾ ਵਗੈਰਾ ਹੈ। ਸੋ ਕੰਗਾਰੂ ਕੋਰਟ ਵਾਲੀ ਗੱਲ ਜਿਹੜੀ ਜਸਟਿਸ ਰਮਨਾ ਸਾਹਿਬ ਨੇ ਕਹੀ ਹੈ, ਉਹ ਬਿਲਕੁਲ ਮੈਂ ਉਹਦੇ ਨਾਲ ਸਹਿਮਤ ਹਾਂ ਕਿ ਕਈ ਵਾਰੀ ਫਿਰ ਉਹ ਜਿਹੜੀ ਮਾਚਿਸ ਜਿਹੜੀ ਹੈ ਨਾ ਆਪਾਂ ਬਾਂਦਰਾਂ ਦੇ ਹੱਥ ਗੜਬੜ ਹੁੰਦੀ ਜੀ। ਪਤਾ ਹੀ ਨਹੀਂ ਹੁੰਦਾ ਢਿੱਲੋਂ ਸਾਹਿਬ ਕਿ ਉਹਨੂੰ ਗੱਲ ਕਰਨੀ ਕੀ ਹੈ ਕੀ ਨਹੀਂ। ਬਿਲਕੁਲ ਜੀ, ਜੇਕਰ ਤੁਹਾਡੇ ਘਰੇ ਮਹਿਮਾਨ ਆ ਗਏ, ਜਾਂ ਫਿਰ ਵਿਆਹ ਸ਼ਾਦੀ ਹੈ, ਜਾਂ ਕੋਈ ਅਖੰਡ ਪਾਠ ਹੈ, ਜਾਂ ਕੋਈ ਹੋਰ ਖੁਸ਼ੀ ਦਾ ਮਾਹੌਲ ਹੈ, ਤਾਂ ਤੁਸੀਂ ਕੈਟਰਿੰਗ ਕਰਵਾਉਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਡਾਈਨ ਇਨ ਕਰਨਾ ਚਾਹੁੰਦੇ ਹੋ, ਤਾਂ ਵਾਸ਼ਿੰਗਟਨ ਦੇ ਮਸ਼ਹੂਰ ਸ਼ੈਫ ਮੱਖਣ ਨਾਗਰਾ ਹੋਰਾਂ ਨੇ ਸਪਾਈਸ ਬਲਿਸ ਇੰਡੀਅਨ ਰੈਸਟੋਰੈਂਟ ਦੀ ਓਪਨਿੰਗ ਕਰ ਲਈ ਹੈ ਜੀ। ਤੁਸੀਂ 23609 104 ਐਵੀਨਿਊ 'ਤੇ ਤੁਸੀਂ ਡਾਈਨ ਇਨ ਵੀ ਕਰ ਸਕਦੇ ਹੋ, ਅਤੇ ਦੂਸਰਾ ਤੁਸੀਂ ਪਿਕ ਕਰ ਸਕਦੇ ਹੋ ਜੀ ਡਾਊਨਟਾਊਨ 1520 ਬਰਾਡਵੇ ਸੈਟਲ ਤੋਂ, ਜਾਂ ਫਿਰ ਸਾਰੀਆਂ ਔਨਲਾਈਨ ਡਿਲੀਵਰੀਜ਼ ਤੋਂ ਤੁਸੀਂ ਮੰਗਵਾ ਸਕਦੇ ਹੋ। ਫੋਨ ਨੰਬਰ ਹੈ ਜੀ 2063531699 2532467296। ਇਹ ਬਹੁਤ ਮਸ਼ਹੂਰ ਪਨੀਰ ਪਕੌੜੇ, ਬਟਰ ਚਿਕਨ, ਤੁਹਾਨੂੰ ਫਿਸ਼ ਜਿਹੜੀ ਹੈ ਜੀ, ਸੈਲਮਨ ਫਰਾਈ, ਅਤੇ ਸਾਰਾ ਕੁਛ, ਬਟਰ ਪਨੀਰ, ਦਹੀਂ ਭੱਲੇ ਵਗੈਰਾ ਸਭ ਕੁਛ ਇਹਨਾਂ ਕੋਲੇ ਤਿਆਰ ਮਿਲਦਾ। ਅਤੇ ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟ ਹੰਨਾ ਐਵੀਨਿਊ ਇੰਡੀਅਨੈਪਲਿਸ ਦੇ ਵਿੱਚ ਤੁਸੀਂ ਜੇਕਰ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ, ਇਹਨਾਂ ਦਾ ਇੱਕੋ ਨਿਸ਼ਾਨਾ ਜੀ, ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ। ਇੱਥੇ ਤੁਸੀਂ ਤਮਾਮ ਮਕੈਨਿਕਲ ਕੰਮਾਂ ਦੇ ਲਈ ਜਾਂ DOT ਸੇਫਟੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਪਰਮ ਜਾਂ ਜੱਸੀ ਨੂੰ 3179797205, ਜਾਂ ਫਿਰ 6612045818 ਦੇ ਉੱਤੇ ਤੁਸੀਂ ਇਹਨਾਂ ਨਾਲ ਜ਼ਰੂਰ ਗੱਲਬਾਤ ਕਰੋ। ਅਤੇ ਢਿੱਲੋਂ ਸਾਹਿਬ, ਹੁਣ ਗੱਲ ਕਰੀਏ ਬਾਈਬਲ ਮੋਰਚੇ ਦੇ ਉੱਤੇ। ਪੀੜਤ ਪਰਿਵਾਰ ਕਾਫੀ ਹਤਾਸ਼ ਨਜ਼ਰ ਆ ਰਿਹਾ ਹੈ। ਵਾਰ-ਵਾਰ ਸਰਕਾਰਾਂ ਦੇ ਕਮੇਟੀਆਂ ਜਿਹੜੀਆਂ ਉਹਨਾਂ ਨੂੰ ਅਪਰੋਚ ਕਰ ਰਹੀਆਂ ਨੇ। ਬਿਲਕੁਲ ਦਾਨੇਲੀਆ ਸਾਹਿਬ, ਜਦੋਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਸੀ, ਭਾਵੇਂ 2017 'ਚ ਹੋਈਆਂ ਸੀ ਅਤੇ ਭਾਵੇਂ 2022 'ਚ ਹੋਈਆਂ ਜੀ, ਇੱਕ ਬੜਾ ਅਹਿਮ ਮੁੱਦਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਅਤੇ ਬੇਅਦਬੀ ਦੇ ਨਾਲ ਜੁੜੀਆਂ ਹੋਈਆਂ ਹੋਰ ਘਟਨਾਵਾਂ ਦਾ ਜੀ। ਉਸ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜੇ ਪਾਵਰ ਬਣੀ ਸੀ, ਪਾਵਰ ਦੇ ਵਿੱਚ ਆਈ ਕਾਂਗਰਸ ਪਾਰਟੀ, ਤਾਂ ਉਹਦਾ ਕਾਰਨ ਵੱਡਾ ਇੱਕੋ ਇਹੋ ਸੀ ਜੀ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਵਜ੍ਹਾ ਕਾਰਨ ਲੋਕਾਂ ਨੇ ਅਕਾਲੀ ਦਲ ਬਾਦਲ ਨੂੰ ਬਿਲਕੁਲ ਜਿਹੜਾ ਹੈਗਾ ਹਾਸ਼ੀਏ 'ਤੇ ਧੱਕਤਾ ਸੀ। ਹਾਸ਼ੀਏ 'ਤੇ ਧੱਕਣ ਤੋਂ ਬਾਅਦ ਅਮਰਿੰਦਰ ਸਿੰਘ ਕਿਉਂ ਪਾਵਰ 'ਚ ਆਇਆ ਅਤੇ ਆਮ ਆਦਮੀ ਪਾਰਟੀ ਵਾਲੇ ਕਿਉਂ ਨਹੀਂ ਆਏ ਜੀ? ਕਿਉਂਕਿ 2002 ਤੋਂ ਲੈ ਕੇ 2007 ਤੱਕ ਦਾ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਉਹ ਪ੍ਰਸ਼ਾਸਨ ਸੀ, ਲੋਕ ਇਹ ਸਮਝਦੇ ਸੀ ਯਾਰ ਇਹ ਬੰਦੇ 'ਚ ਕੋਈ ਕਣਕੱਡਾ ਹੈਗਾ, ਕੁਛ ਕਰੂਗਾ ਜੀ। ਔਰ ਖਾਸ ਕਰਕੇ ਜਦੋਂ ਪਾਣੀਆਂ ਦੇ ਅੰਤਰਰਾਜੀ ਸਮਝੌਤਿਆਂ ਨੂੰ ਵਿਧਾਨ ਸਭਾ ਦੇ ਰਾਹੀਂ ਰੱਦ ਕੀਤਾ ਸੀ ਜੀ, ਇਹ ਵੱਖਰੀ ਗੱਲ ਆ, ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਉਹਨਾਂ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ। ਜੇ ਹੁਣ ਤੱਕ SYL ਨਹੀਂ ਨਿਕਲੀ, ਉਹਦਾ ਕ੍ਰੈਡਿਟ ਕੈਪਟਨ ਅਮਰਿੰਦਰ ਨੂੰ ਜ਼ਿਆਦਾ ਹੀ ਜਾਂਦਾ ਹੈ। ਲੋਕਾਂ ਨੂੰ ਭਰੋਸਾ ਸੀ
ਉਹ ਕ੍ਰੈਡੀਬਿਲਿਟੀ ਬਣੀ ਹੋਈ ਸੀ ਕਿ ਇਹ ਬੰਦਾ ਕੁਝ ਕਰੂਗਾ, ਤੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਚੁਣ ਲਿਆ। ਆਮ ਆਦਮੀ ਪਾਰਟੀ 20 ਸੀਟਾਂ ਤੇ ਰਹਿ ਗਈ ਸੀ, ਲੇਕਿਨ ਉਹ ਮਾਮਲਾ ਹੱਲ ਨਹੀਂ ਹੋਇਆ। ਤੇ ਫਿਰ ਆ ਗਿਆ ਜੀ 2022 ਦੇ ਵਿੱਚ ਅਕਾਲੀ ਦਲ ਵਾਲਿਆਂ ਨੂੰ 15 ਤੋਂ ਘਟਾ ਕੇ ਲੈ ਆਂਦਾ 3 ਤੇ, ਔਰ ਕੈਪਟਨ ਅਮਰਿੰਦਰ ਸਿੰਘ ਤਾਂ ਪਹਿਲਾਂ ਹੀ ਲਾਂਭੇ ਹੋ ਗਿਆ ਸੀ, ਤੇ ਕਾਂਗਰਸ ਪਾਰਟੀ ਆ ਕੇ ਰੁਕ ਗਈ 18 ਤੇ। 92 ਸੀਟਾਂ ਆਈਆਂ ਆਮ ਆਦਮੀ ਪਾਰਟੀ ਨੂੰ, ਤੇ ਜਿਹੜੀਆਂ 92 ਸੀਟਾਂ ਆਈਆਂ ਹੋਰ ਕਾਰਨਾਂ ਤੋਂ ਇਲਾਵਾ ਇੱਕ ਕਾਰਨ ਇਹ ਵੀ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਸੀ। ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਸਰਵਿਸ ਅਜੇ 8-9 ਸਾਲ ਬਾਕੀ ਪਈ ਸੀ, ਔਰ ਯਕੀਨਨ ਉਸ ਬੰਦੇ ਨੇ ਪੰਜਾਬ ਦਾ DGP ਬਣਨਾ ਸੀ। ਉਹਨੇ 8-9 ਸਾਲ ਦੀ ਸਰਵਿਸ ਛੱਡਤੀ, ਪ੍ਰੀ ਮੈਚੁਰ ਰਿਟਾਇਰਮੈਂਟ ਲੈ ਲਈ, VRS ਲੈ ਲਈ, ਔਰ ਉਹ ਆਪਦੇ ਘਰੇ ਬਹਿ ਗਿਆ ਸੀ। ਉਹਨੇ ਕਿਹਾ ਸੀ ਕਿ ਮੈਂ ਪਟਨਾ ਸ਼ਹਿਰ ਤੋਂ ਆਇਆ ਜੀ, ਜਿੱਥੇ ਗੁਰੂ ਸਾਹਿਬ ਨੇ ਜਨਮ ਲਿਆ ਸੀ, 10ਵੇਂ ਪਾਤਸ਼ਾਹ ਨੇ, ਔਰ ਮੈਂ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਮੇਰਾ 11ਵਾਂ ਗੁਰੂ ਹੈ, ਇਹਦੀ ਖਾਤਰ ਭਾਵੇਂ ਮੈਂ ਸਿੱਖਾਂ ਦੇ ਘਰੇ ਨਹੀਂ ਜੰਮਿਆ, ਲੇਕਿਨ ਮੇਰੀ ਜਿਹੜੀ ਹੈਗੀ ਹੈ ਕਮਿਟਮੈਂਟ ਹੈਗੀ ਉਹ ਸਿੱਖੀ ਦੇ ਵਿੱਚ ਬਹੁਤ ਜ਼ਿਆਦਾ ਹੈ, ਮੇਰਾ ਵਿਸ਼ਵਾਸ ਬੜਾ ਜ਼ਿਆਦਾ, ਤੇ ਮੈਂ ਇਹਦੀ ਲੜਾਈ ਲੜੂੰਗਾ, ਤੇ ਇੱਕ ਵਕੀਲ ਦੇ ਤੌਰ ਤੇ ਲੜੂੰਗਾ ਜੀ। ਉਦੋਂ ਕੇਜਰੀਵਾਲ ਸਾਹਿਬ ਖੁਦ ਅੰਮ੍ਰਿਤਸਰ ਗਏ, ਔਰ ਅੰਮ੍ਰਿਤਸਰ ਜਾ ਕੇ ਇਹਨਾਂ ਨੇ ਇੱਕ ਵਿਅਕਤੀ ਨੂੰ ਜੁਆਇਨ ਕਰਵਾਇਆ ਸੀ ਜੀ, ਔਰ ਉਸ ਵਿਅਕਤੀ ਨੂੰ ਜੁਆਇਨ ਕਰਵਾ ਕੇ ਨਾਲ ਇਹਨਾਂ ਨੇ ਗੱਲ ਕਹੀ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤਫਤੀਸ਼ ਜਾਰੀ ਕੀਤੀ ਹੋਈ ਹੈ ਜੀ, ਸਾਡੀ ਸਰਕਾਰ ਬੰਦ 24 ਘੰਟਿਆਂ 'ਚ ਬੇਅਦਬੀ ਵਾਲਿਆਂ ਨੂੰ ਫੜ ਕੇ ਅੰਦਰ ਦੇ ਦਿਆਂਗੇ। ਲਓ ਜੀ, ਸਰਕਾਰ ਬਣ ਗਈ, ਲੋਕਾਂ ਨੇ ਸਰਕਾਰ ਬਣਾਤੀ, ਤੇ ਸਰਕਾਰ ਵੀ ਮੇਰਾ ਖਿਆਲ ਹੈ ਐਡਾ ਵੱਡਾ ਤਾਂ ਫਤਵਾ ਕਦੇ ਕਿਸੇ ਦੇ ਹੱਕ 'ਚ ਹੋਇਆ ਹੀ ਨਹੀਂ ਜਿੰਨਾ ਆਮ ਆਦਮੀ ਪਾਰਟੀ ਦੇ ਹੋਇਆ ਜੀ। ਲਓ ਜੀ, ਸਰਕਾਰ ਬਣ ਗਈ, ਤੇ ਸਰਕਾਰ ਆਪਦਾ ਹੋਰਾਂ ਕੰਮਾਂ ਧੰਦਿਆਂ 'ਚ ਪੈ ਗਈ। ਫਿਰ ਉਸ ਵੇਲੇ ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਸੀ ਨਿਆਮੀ ਵਾਲੇ ਤੋਂ ਜੀ, ਉਹਨਾਂ ਦੇ ਪੁੱਤਰ ਤੇ ਜਿਹੜੇ ਆਪਣੇ ਸਰਦਾਰ ਗੁਰਜੀਤ ਸਿੰਘ ਸੀ, ਉਹਨਾਂ ਦੇ ਪਿਤਾ ਜੀ ਜੀ, ਇਹ ਆ ਕੇ ਜੀ ਇਹਨਾਂ ਨੇ ਬਹਿਬਲ ਕਲਾਂ ਜਿੱਥੇ ਉਹ ਸ਼ਹੀਦ ਹੋਏ ਸੀ, ਜਾਂ ਜਿਹੜਾ ਮੇਨ ਰੋਡ ਹੈ ਉਸ ਮੇਨ ਰੋਡ ਦੇ ਉੱਤੇ ਧਰਨਾ ਲਾਇਆ ਜੀ। ਪਹਿਲਾਂ ਧਰਨਾ ਪਾਸੇ ਲਾਇਆ, ਫਿਰ ਇੱਕ ਦਿਨ ਇਹਨੇ ਟ੍ਰੈਫਿਕ ਜਾਮ ਕਰਤਾ। ਸਰਕਾਰ ਥੋੜੀ ਜਿਹੀ ਹੱਲੀ ਜੀ, ਸਰਕਾਰ ਨੇ ਬੰਦੇ ਭੇਜੇ ਜੀ, ਜਾਓ ਜਾ ਕੇ ਗੱਲ ਕਰੋ ਉਹਨਾਂ ਨਾਲ। ਤੇ ਬੰਦੇ ਕੌਣ ਭੇਜੇ? ਸਿਆਸੀ ਬੰਦੇ ਨਹੀਂ ਸੀ ਜੀ, ਵਕੀਲਾਂ ਦੀ ਇੱਕ ਟੀਮ ਭੇਜੀ ਐਡਵੋਕੇਟ ਜਨਰਲ ਦੇ ਦਫ਼ਤਰ ਚੋਂ। ਅੱਛਾ ਜੀ। ਉਹ ਟੀਮ ਆਈ, ਤੇ ਟੀਮ ਆ ਕੇ ਜੀ ਸਾਨੂੰ 3 ਮਹੀਨੇ ਦੇ ਦਿਓ, 3 ਮਹੀਨਿਆਂ 'ਚ ਅਸੀਂ ਤੁਹਾਨੂੰ ਰੰਗ ਦਿਖਾ ਦਿਆਂਗੇ। ਉਹਦੇ ਲਓ ਜੀ, ਦੇ ਤੇ 3 ਮਹੀਨੇ ਜੀ, ਪਾਸੇ ਹੋ ਕੇ ਬਹਿ ਗਏ ਜੀ। ਉਹਨਾਂ ਨੇ ਟ੍ਰੈਫਿਕ ਵਗੈਰਾ ਰੋਕਿਆ ਨਹੀਂ, ਤੇ 3 ਮਹੀਨੇ ਜਦੋਂ ਪੂਰੇ ਹੋ ਗਏ, ਸਡਨਲੀ ਮੈਂ ਵੀ ਉਦੋਂ ਫਰੀਦਕੋਟ ਨੂੰ ਜਾ ਰਿਹਾ ਸੀ। ਅੱਛਾ ਜੀ। ਤੇ ਵਕੀਲਾਂ ਦੀ ਟੀਮ ਫੇਰ ਆ ਗਈ, ਫੇਰ ਬੈਠੇ, ਫੇਰ ਆ ਕਹਿੰਦੇ ਜੀ 15 ਦਿਨ ਹੋਰ ਦੇ ਦਿਓ, ਕੰਮ ਸਾਰਾ ਐਨ ਹੋਇਆ ਪਿਆ, 15 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਪੂਰਾ ਜਿਹੜਾ ਹੈਗਾ ਰਿਜ਼ਲਟ ਦੇ ਦਿਆਂਗੇ, ਤੇ ਜੇ ਰਿਜ਼ਲਟ ਨਾ ਦਿੱਤਾ ਜੀ ਫਿਰ ਅਸੀਂ ਵੀ ਧਰਨੇ 'ਚ ਤੁਹਾਡੇ ਨਾਲ ਬਹਿ ਜਾਵਾਂਗੇ। ਅੱਛਾ, ਨਾਲ ਬਹਿ ਜਾਵਾਂਗੇ। ਲੋਕਾਂ ਨੇ ਕਹਿਤਾ ਜੀ ਬਹੁਤ ਵਧੀਆ, ਤੇ ਕੱਲ ਜੀ ਉਹ 15 ਦਿਨ ਵੀ ਮੁੱਕ ਗਏ। ਅੱਛਾ। ਕੱਲ ਫਿਰ ਉਹ ਵਕੀਲਾਂ ਦੀ ਟੀਮ ਤਾਂ ਨਹੀਂ ਆਈ, ਨਾ ਆ ਕੇ ਧਰਨੇ ਤੇ ਬੈਠੀ, ਤੇ ਨਾ ਉਹ ਉਹਨਾਂ ਦਾ ਸਾਹਮਣਾ ਕਰ ਸਕੇ। ਕਰ ਵੀ ਕਿਵੇਂ ਸਕਦੇ ਸੀ? ਹਾਂਜੀ। ਕੱਲ ਫਿਰ 2 ਬੰਦੇ ਹੋਰ ਆ ਗਏ, ਲੀਡ ਕਰ ਰਹੇ ਹੈ ਮੰਤਰੀ ਜੀ, ਜੇਲ੍ਹਾਂ ਦੇ ਮੰਤਰੀ ਵੀ ਹੈ, ਐਜੂਕੇਸ਼ਨ ਦੇ ਮੰਤਰੀ ਵੀ ਹੈ, ਆਪਣੇ ਹਰਜੋਤ ਸਿੰਘ ਬੈਂਸ ਜੀ ਵਕੀਲ ਵੀ ਹੈ, ਆਏ ਤਾਂ ਨਾਲ ਸਰਦਾਰ ਕੁਲਤਾਰ ਸਿੰਘ ਸੰਧਵਾ ਵੀ ਹੈ, ਪਰ ਕੁਲਤਾਰ ਸਿੰਘ ਸੰਧਵਾ ਹੋਰੀ ਸਪੀਕਰ ਹੈ ਜੀ, ਇਸ ਕਰਕੇ ਉਹਨਾਂ ਨੂੰ ਅਸੀਂ ਪੋਲੀਟਿਕਸ ਤੋਂ ਅਲੱਗ ਕਰਦੇ। ਉਹਨਾਂ ਦੇ ਨਾਲ ਜਿਹੜੇ 2 ਹੋਰ ਬੰਦੇ ਹੈ, ਉਹ MLA ਕੋਟਕਪੂਰਾ ਤੇ MLA ਫਰੀਦਕੋਟ ਵੀ ਸੀ। MLA ਕੋਟਕਪੂਰਾ ਦਾ ਕੁਲਤਾਰ ਸੰਧਵਾ ਹੀ, ਸੌਰੀ ਜੈਤੋ ਤੋਂ MLA ਜੈਤੋ ਅਮੋਲਕ ਸਿੰਘ ਤੇ ਗੁਰਦਿੱਤ ਸਿੰਘ ਸੇਖੋਂ ਵੀ ਸੀ ਕੁਲਤਾਰ ਸਿੰਘ ਵੀ ਨਾਲ। ਸਾਰੇ ਆ ਗਏ ਤੇ ਆ ਕੇ ਕਹਿੰਦੇ ਜੀ ਗੱਲ ਕਰਨੀ ਗਏ, ਕਹਿੰਦੇ ਜੀ ਐਂ ਕਰੋ ਸਾਨੂੰ 6 ਮਹੀਨੇ ਹੋਰ ਦੇ ਦਿਓ। ਪਹਿਲਾਂ 3 ਮਹੀਨੇ ਮੰਗੇ, ਫਿਰ 15 ਦਿਨ, ਫਿਰ ਸਿੱਧੀ 6 ਮਹੀਨੇ। ਕਹਿੰਦੇ ਕੰਮ ਤਾਂ ਪਹਿਲਾਂ ਵੀ ਕਰ ਲਾਂਗੇ, ਪਰ ਹੁਣ ਟਾਈਮ ਸਾਨੂੰ ਖੁੱਲਾ ਦੇ ਦਿਓ। ਲੋਕ ਕਹਿੰਦੇ ਵੀ ਨਹੀਂ, 24 ਘੰਟਿਆਂ 'ਚ ਜਿਹੜਾ ਕੰਮ ਹੁੰਦਾ ਸੀ, ਕਹਿੰਦੇ 24 ਘੰਟੇ ਕਹਿੰਦੇ ਇਹ ਤਾਂ ਉਹਨਾਂ ਨੇ ਕਿਹਾ ਨਾ, ਕੱਢੀ ਬੈਠੇ ਆ, ਇਹ ਤਾਂ ਉਹਨਾਂ ਨੇ ਕਿਹਾ ਨਾ, ਕ੍ਰਿਸ਼ਨ ਭਗਵਾਨ ਸਿੰਘ ਦੇ ਸੁਪੁੱਤਰ ਨੇ ਕਿਹਾ ਕਿ ਤੁਸੀਂ 24 ਘੰਟਿਆਂ 'ਚ ਕਹਿੰਦੇ ਸੀ, ਤੇ ਫਿਰ ਜਿਹੜਾ ਤੁਹਾਡੇ ਕੋਲ ਸੀ ਇਹ ਗੱਲ ਕਿਧਰ ਨੂੰ ਵੀ 24 ਘੰਟੇ ਤੋਂ ਗੱਲ ਪਾਸੇ ਕਿਉਂ ਚਲੀ? ਤੁਸੀਂ ਦੇਖੋ ਨਾ, ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਹੈਗੀ ਹੈ ਬਹਿਬਲ ਕਲਾਂ ਦੀ ਅੱਜ ਤੁਹਾਡੀ ਜਿਹੜੀ ਹੈਗੀ ਹੈ ਬੇਅਦਬੀ ਦਾ ਸਮੁੱਚਾ ਕਾਂਡ, ਉਹ ਇੱਕ ਰਿਪੋਰਟ ਵੀ ਜਿਹੜੀ ਹੈ ਪੇਸ਼ ਕਰਤੀ ਸੀ ਅਮਰੀਕ ਸਿੰਘ ਅਜਨਾਲੇ ਹੋਰਾਂ ਨੂੰ, ਔਰ ਉਹਦੇ ਤੇ ਵੀ ਕਿੰਤੂ ਪਰੰਤੂ ਹੋਇਆ ਸੀ। ਖੈਰ ਉਹ ਇੱਕ ਵੱਖਰੀ ਗੱਲ ਹੈ। ਇਹਦੇ ਵਿੱਚ ਤਾਂ ਇਹ ਵੀ ਹੁਕਮ ਕਿਹਨੇ ਦਿੱਤਾ, ਕੌਣ ਬੰਦੇ ਸੀ, ਬੜਾ ਕੁਛ ਇਹਦੇ 'ਚ ਹੁੰਦਾ। ਉਹ ਹੁਣ ਮਾਮਲਾ ਅੜਕਿਆ ਪਿਆ ਜੀ, ਤੇ ਫਿਰ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ, ਅਸੀਂ ਕਰਾਂਗੇ ਜੀ, ਕੁਛ ਕਰਾਂਗੇ। ਕੁਲਤਾਰ ਸਿੰਘ ਸੰਧਵਾ ਨੂੰ ਜਦੋਂ ਪੁੱਛਿਆ, ਵੈਸੇ ਤਾਂ ਪਹਿਲਾਂ ਉਹਨਾਂ ਨੇ ਥੋੜਾ ਜਵਾਬ ਦਿੱਤਾ, ਫਿਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਜੀ ਸਰਕਾਰ ਹੈ ਜਿਹੜੀ ਉਹ ਤਾਂ ਧਰਨਾਕਾਰੀਆਂ ਦੇ ਨਾਲ ਆ, ਅਸੀਂ ਵੀ ਨਾਲ ਹੀ ਇਹਨਾਂ ਦੇ, ਅਸੀਂ ਧਰਨੇ ਨੂੰ ਮਾਨਤਾ ਦਿੰਦੇ ਹਾਂ। ਹੁਣ ਮਾਨਤਾ ਕਰ ਲਈ ਨਹੀਂ ਨਾ ਕੁਛ ਕਰਨੀ, ਲੋਕਾਂ ਨੂੰ ਇਨਸਾਫ ਚਾਹੀਦਾ। ਔਰ ਜਾਣੇ ਵਾਲੀ ਸਭ ਗੱਲ ਸ਼ੁਰੂ ਕਿੱਥੋਂ ਹੁੰਦੀ ਹੈ? 1 ਜੂਨ ਤੋਂ ਸ਼ੁਰੂ ਹੁੰਦੀ ਹੈ। 1 ਜੂਨ ਤੋਂ
ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੁੰਦਾ ਹੈ ਜੀ ਉਸ ਤੋਂ ਬਾਅਦ ਫਿਰ 12 ਜੂਨ ਜਿਹੜਾ ਸਿਖਰ ਹੈ ਹੂੰ ਜਿਹਦੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਪੜ੍ਹ ਕੇ ਸਿੱਟੇ ਜਾਂਦੇ ਹੈ 12 ਜੂਨ ਤੋਂ ਲੈ ਕੇ ਫਿਰ 14 ਜੂਨ ਨੂੰ ਇਹ ਗੋਲੀ ਚੱਲਦੀ ਹੈ ਸੌਰੀ 12 ਅਕਤੂਬਰ 12 ਅਕਤੂਬਰ ਨੂੰ ਜਿਹੜੇ ਹੈਗੇ ਹੈ ਅੰਗ ਫਾੜੇ ਜਾਂਦੇ ਹੈ ਪ੍ਰੋਟੈਸਟ ਕਰਦੇ ਆ ਲੋਕ 14 ਨੂੰ ਵੱਡੇ ਤੜਕੇ ਜਿਹੜੀ ਹੈਗੀ ਹੈ ਪਹਿਲਾਂ ਕੋਟਕਪੂਰਾ ਤੇ ਫਿਰ ਬਾਈਬਲ ਕਲਾਂ ਦੇ ਵਿੱਚ ਤਾਕਤ ਦੀ ਦੁਰਵਰਤੋਂ ਕੀਤੀ ਜਾਂਦੀ ਇੱਕ ਤਾਂ ਵਰਤੋਂ ਹੁੰਦੀ ਇੱਕ ਮੈਂ ਕਹੂੰਗਾ ਦੁਰਵਰਤੋਂ ਕੀਤੀ ਹੈ ਜਿੱਥੇ ਗੋਲੀਆਂ ਨਾਲ ਬੰਦੇ ਮਾਰੇ ਗਏ ਉਦੋਂ ਤੋਂ ਲੈ ਕੇ 2014 ਅਕਤੂਬਰ 2014 ਤੋਂ ਲੈ ਕੇ ਅੱਜ ਤੱਕ ਉਹ ਜੋਰਾ ਸਿੰਘ ਕਮਿਸ਼ਨ ਵੀ ਬਣ ਗਿਆ ਰਣਜੀਤ ਸਿੰਘ ਕਮਿਸ਼ਨ ਰਣਜੀਤ ਸਿੰਘ ਨੇ ਬਹੁਤ ਮਿਹਨਤ ਕੀਤੀ ਕੁਮਰ ਵਿਜੇ ਪ੍ਰਤਾਪ ਸਿੰਘ ਦੀ SIT ਵੀ ਬਣ ਗਈ SIT ਦੀ SITਆਂ ਹੀ ਬਣੀਆਂ ਜਾਂਦੀਆਂ ਅਫਸੋਸ ਇਸ ਗੱਲ ਦਾ ਕਹਿਣਾ ਆਪਾਂ ਨੂੰ ਕਹਿਣਾ ਪੈ ਰਿਹਾ ਕਿ ਜੁਡੀਸ਼ਰੀ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਮਲੇ ਨੂੰ ਲਟਕਾਉਣ ਵਾਲੀ ਗੱਲ ਲਟਕਾਉਣ ਵਾਲੇ ਪਾਸੇ ਲਟਕਾਉਣਾ ਹੁਣ ਕਿਹਨੂੰ ਦਾਨੇਵਾਲੀਆ ਸਾਹਿਬ ਤੁਸੀਂ ਦੇਖੋ ਵੀ ਕਿਹਨੂੰ ਨਹੀਂ ਪਤਾ ਲੱਗਦਾ ਕਿ ਤੁਸੀਂ ਗੋਲੀਆਂ ਮਾਰਦੀ ਹੈ ਪੁਲਿਸ ਆਪਦੀ ਗੱਡੀ ਦੇ ਆਪ ਮਾਰਦੀ ਹੈ ਉਹਨਾਂ ਗੋਲੀਆਂ ਦੇ ਵਿੱਚੋਂ ਜਿਹੜੀਆਂ ਹੈ ਗੋਲੀਆਂ ਦਾ ਜਿਹੜੇ ਹੈਗੇ ਤੁਹਾਡੇ ਜਿਹੜੇ ਵਿੱਚੋਂ ਨਿਕਲੀਆਂ ਹੋਈਆਂ ਉਹਨਾਂ ਨੂੰ ਘਸਾਇਆ ਵੀ ਜਾਂਦਾ ਹੈ ਸਬੂਤ ਖਤਮ ਕੀਤੇ ਜਾ ਰਹੇ ਇਹ ਚੀਜ਼ਾਂ ਜਿਹੜੀਆਂ ਇਹ ਤਾਂ ਅਦਾਲਤਾਂ ਆਪਣੇ ਪੱਧਰ ਤੇ ਨੋਟਿਸ ਲੈਣਾ ਚਾਹੀਦਾ ਸੀ ਜਦੋਂ ਇਹ ਚੀਜ਼ਾਂ ਉਹਨਾਂ ਦੇ ਧਿਆਨ ਦੇ ਵਿੱਚ ਆ ਗਈਆਂ ਤੇ ਫਿਰ ਮਤਲਬ ਲੰਘਦਾ ਕਿਉਂ ਮਾਮਲਾ ਇਹ ਬੜੀ ਵੱਡੀ ਗੱਲ ਹੈ ਬੜੀ ਸੋਚਣ ਵਾਲੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਦੇ ਉੱਤੇ ਜੇ ਲੋਕਾਂ ਨੂੰ ਇਨਸਾਫ ਸਿਆਸਤ ਉਹੀ SYL ਉਹੀ ਸਿਆਸਤ ਚੱਲ ਰਹੀ ਹੁਣ ਇਹਨਾਂ ਨੇ ਕਹਿ ਦਿੱਤਾ ਜੀ ਇਹ ਜੁਲਾਈ ਦਾ ਇਹਨਾਂ ਨੇ ਐਂਡ ਦੇ ਉੱਤੇ 30 ਜਾਂ 31 ਜੁਲਾਈ ਨੂੰ ਕਹਿੰਦੇ ਜੀ ਸਾਰੀਆਂ ਪੰਥਕ ਧਿਰਾਂ ਦਾ ਅਸੀਂ ਇਕੱਠ ਬੁਲਾਉਣੇ ਹੁਣ ਉਹ ਇਕੱਠ ਜਿਹੜਾ ਹੈ ਅਗਲੇ ਸੰਘਰਸ਼ ਦਾ ਫੈਸਲਾ ਕਰੂ ਤਾਂ ਮੈਨੂੰ ਲੱਗਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵਜ੍ਹਾ ਕਾਰਨ 3 ਮੁੱਖ ਮੰਤਰੀ ਤਾਂ ਪਹਿਲਾਂ ਭੁਗਤ ਚੁੱਕੇ ਪ੍ਰਕਾਸ਼ ਸਿੰਘ ਬਾਦਲ ਭੁਗਤ ਚੁੱਕੇ ਕੈਪਟਨ ਅਮਰਿੰਦਰ ਸਿੰਘ ਭੁਗਤ ਚੁੱਕੇ ਚੰਨੀ ਸਾਹਿਬ ਵੀ ਭੁਗਤ ਚੁੱਕੇ ਤੇ ਜਿਨ੍ਹਾਂ ਨੇ ਝੋਲੀਆਂ ਅੱਡ ਕੇ ਇਨਸਾਫ ਦੀ ਮੰਗ ਕੀਤੀ ਸੀ ਇਨਸਾਫ ਦਵਾਇਆ ਨਹੀਂ ਗ੍ਰਹਿ ਮੰਤਰੀ ਵੀ ਰਹਿ ਗਏ ਸੀ ਆ ਡੱਪ ਕਰਦੇ ਫਿਰਦੇ ਆ ਸੁਖੀ ਰੰਧਾਵੇ ਵਰਗੇ ਮਾਫ ਕਰਨਾ ਬਹੁਤ ਕੋਸ਼ਿਸ਼ ਕੀਤੀ ਸੀਗੀ ਸਿੱਧੂ ਸਾਹਿਬ ਹੋਰਾਂ ਨੇ ਲੇਕਿਨ ਉਹਨਾਂ ਨੂੰ ਵੀ ਇੱਕ ਪੁਰਾਣੇ ਮੁਕੱਦਮੇ ਦੀ ਵਜ੍ਹਾ ਕਾਰਨ ਅੰਦਰ ਬੈਠਣਾ ਪੈ ਗਿਆ ਇਹ ਜਿਹੜਾ ਹੈ ਨਾ ਇਹ ਮਾਮਲਾ ਜਿਹੜਾ ਹੈਗਾ ਕੋਈ ਛੋਟੀ ਮੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਮਾਨ ਸਰਕਾਰ ਨੂੰ ਚਾਹੀਦਾ ਕਿ ਟੋਟਲ ਜਿਹੜਾ ਇੱਧਰ ਧਿਆਨ ਦੇਣ ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਹੈਗਾ ਕੁਛ ਨਾ ਕੁਛ ਤੁਸੀਂ ਅਦਾਲਤਾਂ ਤੱਕ ਵੀ ਪਹੁੰਚ ਕਰੋ ਜਿੱਥੇ ਕੋਈ ਮਾੜੀ ਮੋਟੀ ਕਮੀ ਪੇਸ਼ੀ ਹੈ ਪਰ ਮੈਂ ਇੱਥੇ ਤੁਹਾਨੂੰ ਦੱਸਾਂ ਗੱਲ ਜੀ ਅਸਲ ਦੇ ਵਿੱਚ ਕਈ ਵਾਰੀ ਨਾ ਜਦੋਂ ਬੰਦੇ ਪਾਵਰ 'ਚ ਨਹੀਂ ਹੁੰਦੇ ਆਪੋਜੀਸ਼ਨ 'ਚ ਹੁੰਦੇ ਉਦੋਂ ਬੜੇ ਵਾਅਦੇ ਕਰ ਲੈਂਦੇ ਲੇਕਿਨ ਇਹ ਭੁੱਲਦੇ ਆ ਉਸ ਗੱਲ ਨੂੰ ਕਿ ਪੁਲਿਸ ਤਾਂ ਪੁਲਿਸ ਹੀ ਹੈ ਨਾ ਬਿਲਕੁਲ ਜਿਨ੍ਹਾਂ ਲੋਕਾਂ ਨੇ ਇਹਨੂੰ ਗੱਲ ਨੂੰ ਗਾਹ ਵਧਾਉਣਾ ਉਹਨਾਂ ਦੇ ਭੈਣ ਭਰਾ ਹੀ ਹੈ ਜਿਨ੍ਹਾਂ ਨੂੰ ਉਹਨਾਂ ਨੇ ਬਚਾਉਣਾ ਉਹਨਾਂ ਨੂੰ ਪਤਾ ਕੱਲ ਨੂੰ ਅਸੀਂ ਵੀ ਰਿਟਾਇਰ ਹੋਣਾ ਕੱਲ ਨੂੰ ਸਾਡੇ ਤੇ ਵੀ ਇਹ ਗੱਲ ਆਉਣੀ ਹੈ ਤੇ ਮਤਲਬ ਸਰਕਾਰਾਂ ਫਿਰ ਜਿਹੜੀਆਂ ਪਹਿਲਾਂ ਤਾਂ ਗੱਲ ਹੁੰਦੀ ਹੈ ਜਦੋਂ ਪਾਰਟੀ ਹੁੰਦੀ ਉਦੋਂ ਗੱਲ ਹੋਰ ਕੁਰਸੀ ਤੇ ਬਹਿਣਾ ਹੋਰ ਗੱਲ ਹੈ ਜਦੋਂ ਸਰਕਾਰ ਬਣ ਜਾਂਦੀ ਹੈ ਨਾ ਫਿਰ ਸਰਕਾਰ ਫਿਰ ਉਹ ਲੋਕਾਂ ਵਾਲੇ ਪਾਸਿਓਂ ਜਿਹੜਾ ਹੈ ਨਾ ਫਿਰ ਸਰਕਾਰ ਵਾਲੇ ਪਾਸੇ ਆ ਜਾਂਦੀ ਜੀ ਤੇ ਇੱਧਰ ਢਿੱਲੋਂ ਸਾਹਿਬ ਫਿਰ ਇੱਕ ਹੋਰ ਸਰਕਾਰ ਹੈ ED ਹਾਂਜੀ ਉਹ ਹੁਣ ਕਹਿੰਦੇ ਵੀ ਇੱਕ ਮੰਤਰੀ ਤੇ ਉਹਦੀ ਸਹੇਲੀ ਕੇ ਸਹਿਯੋਗਨ ਸੀ ਅਦਾਕਾਰਾ ਸੀ ਫਿਲਮਾਂ ਦੀ ਉਹਨੂੰ ਵੀ ਕਹਿੰਦੇ ਬਾਹਮੂਲ ਇਹ ਗੱਲ ਬੰਗਾਲ ਦੀ ਹੈ ਜੀ ਬੰਗਾਲ ਦੇ ਵਿੱਚ ਪਿਛਲੀ ਜਿਹੜੀ ਆ ਹੁਣ ਵਾਲੀ ਮਮਤਾ ਬੈਨਰਜੀ ਸਰਕਾਰ ਹੈ ਤੋਂ ਪਹਿਲੀ ਜਿਹੜੀ ਇਹਨਾਂ ਦੀ ਸਰਕਾਰ ਹੁੰਦੀ ਸੀ ਜੀ ਉਸ ਸਰਕਾਰ ਦੇ ਵਿੱਚ ਇੱਕ ਘਪਲਾ ਹੋਇਆ ਸੀ ਘੁਟਾਲਾ ਹੋਇਆ ਸੀ ਟੀਚਰਾਂ ਨੂੰ ਨੌਕਰੀਆਂ ਦੇਣਾ ਉਹਦੇ ਵਿੱਚ ਕਿਸੇ ਸੱਜਣ ਨੇ ਜਾਂ ਕੋਈ ਦੇਵੀ ਸੀ ਜਾਂ ਕੋਈ ਸੱਜਣ ਸੀ ਉਹਨੇ ਪਟੀਸ਼ਨ ਦਾਇਰ ਕਰਤੀ ਹਾਈ ਕੋਰਟ ਦੇ ਵਿੱਚ ਕਿ ਜੀ ਪਹਿਲਾਂ ਰਿਜ਼ਲਟ ਹੋਰ ਤਿਆਰ ਕੀਤਾ ਗਿਆ ਸੀ ਫਿਰ ਰਿਜ਼ਲਟ ਦੇ ਵਿੱਚ ਹੇਰਾਫੇਰੀ ਕੀਤੀ ਤੇ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਹਾਈ ਕੋਰਟ ਨੇ ਪੜਤਾਲ ਦਿੱਤੀ ਜੀ CBI ਨੂੰ CBI ਨੇ ਉਹ ਪੜਤਾਲ ਆਪਦੇ ਕਰਦੇ ਗਏ ਤੇ CBI ਦੀ ਇਨਫੋਰਮੇਸ਼ਨ ਤੇ ED ਨੇ ਵੀ ਇੱਕ FIR ਦਰਜ ਕਰ ਲਈ ED ਨੇ ਵੀ ਗੱਲ ਸ਼ੁਰੂ ਕਰਤੀ ਜੀ ਹੁਣ ਜਿਹੜੇ ਹੈਗੇ ਆ ਪਾਰਥ ਚੈਟਰਜੀ ਆ ਉੱਥੋਂ ਦੇ ਵਜ਼ੀਰ ਜੀ ਜਿਹੜੇ ਕਮਰਸ ਤੇ ਇੰਡਸਟਰੀ ਦੇ ਵਜ਼ੀਰ ਹੈਗੇ ਉਦੋਂ ਇਹ ਹੁੰਦੇ ਸੀਗੇ ਐਜੂਕੇਸ਼ਨ ਮਿਨਿਸਟਰ ਜੀ ED ਦਾ ਮਤਲਬ ਜਿਹੜਾ ਹੈਗਾ ਨਿਸ਼ਾਨਾ ਇਹੀ ਬਣੇ ਹੋਏ ਸੀ ਤੇ ਪਾਰਥ ਚੈਟਰਜੀ ਹੋਰਾਂ ਤੇ ਉਹਨਾਂ ਦੀ ਨਿਗਾਹ ਸੀ ਜੀ ਤੇ ਪਾਰਥ ਜਿਹੜੀ ਚੈਟਰਜੀ ਸਾਹਿਬ ਦੀ ਫਿਰ ਹੋਰ ਕਿਤੇ ਸਿੱਖੀ ਸੇਵਕੀ ਹੈ ਇੱਕ ਬੀਬੀ ਅਰਪਤਾ ਮੁਖਰਜੀ ਐਕਟਰੈਸ ਹੈ ਫਿਲਮਾਂ ਦੀ ਐਕਟਰੈਸ ਹੈ ਜੀ ਉਹ ਫਿਲਮਾਂ ਦੀ ਤੇ ਮਾਡਲ ਵੀ ਹੈ ਉਹਦੇ ਨਾਲ ਕਹਿੰਦੇ ਜੀ ਸਿੱਖੀ ਸੇਵਕੀ ਇਹਨਾਂ ਦੀ ਵਾਹਵਾ ਸੀ ਸਹਿਯੋਗੀ ਲਾ ਲਓ ਮਿੱਤਰਚਾਰੀ ਲਾ ਲਓ ਜੋ ਮਰਜ਼ੀ ਲਾ ਲਓ ਤੇ ਉਹਨਾਂ ਤੇ ਵੀ ਉਹਨਾਂ ਨੇ ਨਜ਼ਰ ਰੱਖੀ ਅਖੀਰ ਕਰਦਿਆਂ ਜੀ ਉਹਨਾਂ ਨੇ ਫਿਰ ਉੱਥੇ ਰੇਡ ਕਰ ਲਈ ਦਾਨੇਵਾਲੀਆ ਸਾਹਿਬ ਆਪਾਂ ਦੇਖਿਆ ਇੱਕ ਵਾਰੀ ਆਪਾਂ ਨੋਟ ਡਿੱਗਦੇ ਦੇਖੇ ਸੀ ਜਦੋਂ ਰਵੀ ਸਿੱਧੂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਹੁੰਦਾ ਸੀ ਜਾਂ ਤਾਂ ਨੋਟ ਉਦੋਂ ਡਿੱਗੇ ਸੀ ਜੀ ਤੇ ਜਾਂ ਉਹ ਨਰਿੰਦਰ ਆਪਣੇ
ਗਵਰਨਰ ਸਾਹਿਬ ਦੇ ਜਹਾਜ਼ ਚੋਂ ਡਿੱਗੇ ਸੀ। ਉਹ ਡਿੱਗੇ ਸੀ ਤੁਹਾਡੇ ਸੁਰਿੰਦਰ ਸੁਰਿੰਦਰ ਕੁਮਾਰ ਦੇ ਜਹਾਜ਼। ਸੁਰਿੰਦਰ ਕੁਮਾਰ ਵਾਲਾ ਜਹਾਜ਼ ਡਿੱਗਿਆ ਉਦੋਂ ਆ ਜਿਹੜੀਆਂ ਨੇ ਚੱਕੇ ਸੀ ਨੋਟ। ਹੂੰ। ਤੇ ਤੀਜੀ ਵਾਰੀ ਭਾਰਤ ਦੇ ਵਿੱਚ ਜਿਹੜੇ ਨੋਟ ਦੇਖੇ ਮੈਂ ਤਾਂ ਹੁਣ ਦੇਖੇ ਡਿੱਗਦੇ। ਅੱਛਾ ਜੀ। ਆ ਮਤਲਬ 2,000 ਦੇ ਨੋਟ ਤੇ 500 ਦੇ ਨੋਟ ਬੋਰੀਆਂ ਭਰੀਆਂ ਖਤਮ ਹੀ ਹੋ ਗਏ ਜੀ, ਬਾਜ਼ਾਰ 'ਚ 2,000 ਦਾ ਨੋਟ ਹੀ ਨਹੀਂ ਮਿਲਦਾ। ਮੈਂ ਕਿਹਾ ਜੀ ਬੋਰੀਆਂ ਭਰੀਆਂ ਪਈਆਂ ਤੇ ਨਾਲ ਜਿਹੜੇ ਹੁੰਦੇ ਨਾ ਭਾਰਤ ਸਰਕਾਰ ਦੀਆਂ ਉਹ ਜਿਹੜੇ ਉੱਤੇ ਸਟੈਂਪਾਂ ਲੱਗੀਆਂ ਹੋਈਆਂ ਉਹਨਾਂ ਭਾਰਤ ਸਰਕਾਰ ਦੇ ਸਰਕਾਰੀ ਲਿਫਾਫੇ ਜਿਹੜੇ ਉਹ ਤੁੰਨੇ ਪਏ। ਅੱਛਾ, ਉਹ ਤੁੰਨੇ ਪਏ ਜੀ ਤੇ ਉਹਨਾਂ ਨੇ ਇੱਥੇ ਫੜ ਲਿਆ। ਜੋ ਫੜ ਕੇ ਤੇ ਬੀਬੀ ਦੇ ਘਰੋਂ ਜਿਹੜਾ ਸਮਾਨ ਬਰਾਮਦ ਹੋਇਆ ਜੀ, ਫਿਰ ਕਹਿੰਦੇ ਵੀ ਨੋਟਾਂ ਨੂੰ ਗਿਣਨ ਵਾਸਤੇ ਮਸ਼ੀਨਾਂ ਮੰਗਾਉਣੀਆਂ ਪਈਆਂ ਜੀ ਤੇ ਬੈਂਕ ਅਧਿਕਾਰੀ ਮੰਗਾਉਣੇ ਪੈ ਗਏ। 21 ਕਰੋੜ ਤੋਂ ਵੱਧ ਨਕਦੀ ਫੜੀ ਗਈ। ਅੱਛਾ ਜੀ। 21 ਕਰੋੜ ਤੋਂ ਵੱਧ ਦੀ ਨਕਦੀ ਜਿਹਦੇ ਵਿੱਚ ਫੋਰਨ ਕਰੰਸੀ ਵੀ ਹੈ। ਤੇ ਜੇ ਆਪਾਂ ਉਹ ਕਰੀਏ ਗੱਲ ਤੁਹਾਡੀ ਜਿਊਲਰੀ ਦੀ, ਜਿਊਲਰੀ ਵੀ ਕਹਿੰਦੇ ਜੀ 70 ਲੱਖ ਰੁਪਏ ਦੀ ਜਿਊਲਰੀ ਫੜੀ ਗਈ। ਅੱਛਾ, ਗਹਿਣੇ ਗੁਣੇ ਫੜੇ ਗਏ। ਕਹਿੰਦੇ 12 ਸ਼ੈੱਲ ਕੰਪਨੀਆਂ ਵੀ ਉਹਨਾਂ ਦੇ ਕਾਗਜ਼ ਵੀ ਲੱਭ ਲਓ। ਉਹ ਤਾਂ ਚਲੋ ਕਾਗਜ਼ ਤਾਂ ਜਿਹੜੇ ਉਹ ਤਾਂ ਸ਼ੈੱਲ ਕੰਪਨੀਆਂ ਦਾ, ਮੈਂ ਜਿਹੜੀ ਚੀਜ਼ ਤਾਂ ਸਾਹਮਣੇ ਡਿੱਗੀ ਜਾਂਦੀ ਸੀ ਉੱਥੋਂ ਜੀ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ। ਤੇ ਫਿਰ ਮੰਤਰੀ ਜੀ ਪਾਰਸ ਸਾਹਿਬ ਦਾ ਤਾਂ ਕਹਿੰਦੇ ਜੀ ਬੀਪੀ ਵੀ ਵੱਧ ਗਿਆ। ਵਧਣਾ ਹੀ, ਉਹ ਤਾਂ ਮੁੜਕਾ ਆਉਣ ਲੱਗ ਪੈਂਦਾ, ਗਿੱਟਿਆਂ ਥਾਣੀ ਚ ਕਹਿੰਦੇ ਫਿਰ ਅਦਾਲਤ 'ਚ ਮਾਮਲਾ ਪਹੁੰਚ ਗਿਆ। ਹਾਈ ਕੋਰਟ ਦੇ ਇੱਕ ਸਿੰਗਲ ਜੱਜ ਨੇ ਕਹਿਤਾ ਜੀ ਇਹਨੂੰ ਜਮਾ ਏਮ 'ਚ ਲੈ ਜਾਓ। ਏਮ ਦੇ ਵਿੱਚ ਉਹਨੂੰ ਕਿਸੇ ਮੈਜਿਸਟ੍ਰੇਟ ਦੇ ਪੇਸ਼ ਕੀਤਾ, ਉਹਨੇ ਕਹਿੰਦਾ ਇਹਨੂੰ ਜੇਲ੍ਹ ਹੀ ਭੇਜ ਦਿਓ। ਰਿਮਾਂਡ ਨਹੀਂ ਦਿੱਤਾ। ਅੱਛਾ ਜੀ। ਉਧਰੋਂ ਬੀਬੀ ਦਾ ਰਿਮਾਂਡ ਮਿਲ ਗਿਆ, ਮੰਗਿਆ ਤਾਂ ਜ਼ਿਆਦਾ ਸੀ, ਥੋੜਾ ਜਿਹਾ ਮਿਲਿਆ ਵਾ। ਹੁਣ ਇਹ ਕੰਮ ਚੱਲੀ ਜਾਂਦਾ ਜੀ, ਦੇਖੋ ਹੁਣ ਕਿੱਥੇ ਤੱਕ ਚੱਲਦਾ ਹੈ ਜੀ। ਤੇ ਇਹ ਹੁਣ ਦਾਨੇ ਵਾਲੀ ਸਭ ਗੱਲ ਤਾਂ ਹੈਗੀ ਵਧੀਆ, ਮੈਂ ਤਾਂ ਇਸ ਗੱਲ ਦੇ ਹੱਕ 'ਚ ਵੀ ਹੋਣੀ ਚਾਹੀਦੀ ਹੈ। ਪਰ ਇੱਕ ਸਵਾਲ ਖੜਾ ਹੁੰਦਾ ਹੈ ਵੀ ਜਿਹੜੀਆਂ ਧਿਰਾਂ ਬੀਜੇਪੀ ਦੇ ਨਾਲ ਨਹੀਂ ਜੀ, ਉਹਨਾਂ ਦੇ ਲੀਡਰ ਤਾਂ ਸਾਰੇ ਫੜੇ ਜਾਂਦੇ ਤੇ ਬੀਜੇਪੀ ਦੇ ਆਪ ਦੇ ਜਿਹੜੇ ਉਹਨਾਂ ਦੇ ਨਾਲ ਦੇ ਉਹ ਕਿਉਂ ਨਹੀਂ ਫੜੇ ਜਾਂਦੇ? ਉਹ ਨਹੀਂ ਫੜੇ ਜਾਂਦੇ। ਤੁਸੀਂ ਦੇਖੋ ਕਾਂਗਰਸ ਪਾਰਟੀ ਦੀ ਸਰਕਾਰ ਗਈ, ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਜਿਹੜੇ ਸਿਰੇ ਦੇ ਕਰਪਟ ਬੰਦੇ ਸੀ ਜੀ ਉਹਨਾਂ ਨੇ ਸਾਰਿਆਂ ਨੇ ਬੀਜੇਪੀ ਜੁਆਇਨ ਕਰ ਲਈ। ਹਾਂ। ਇੱਥੇ ਸਾਧੂ ਸੋ ਫੜ ਲਿਆ, ਹਾਂ। ਗਿਲਜੀ ਕਹਿੰਦੇ ਮਗਰ ਹੱਥਕੜੀਆਂ ਚੱਕ ਕੇ ਤੁਰੇ ਫਿਰਦੇ ਆ। ਹਾਂ। ਤੇ ਜਿਹੜੇ ਵੱਡੇ ਵੱਡੇ ਗਾਂਗਾਂ ਦਾ ਵੀ ਉਹ ਪੰਚਾਇਤੀ ਜ਼ਮੀਨਾਂ ਹੀ ਖਾ ਗਏ ਗਾਂਗਾਂ ਦੇ ਨਾਂ ਤੇ। ਹਾਂ। ਕਈਆਂ ਨੇ ਤਾਂ ਮਤਲਬ ਜਿਹੜਾ ਹੈਗਾ ਜੀ ਬਿਜਲੀ ਦੀਆਂ ਤਾਰਾਂ ਤੂਰਾਂ ਹੀ ਖਾ ਗਏ, ਸਾਰਾ ਕੁਝ ਹੀ ਦੱਬ ਗਏ, ਸਾਰਾ ਕੁਝ ਹੀ ਚੱਬ ਗਏ। ਤੇ ਉਹ ਹੁਣ ਬੀਜੇਪੀ ਚਲੇ ਗਏ, ਦੁੱਤ ਉੱਤੇ ਗਏ, ਉੱਥੇ ਹੱਥ ਕਿਉਂ ਨਹੀਂ ਪੈਂਦਾ? ਉਹ ਫਿਰ ਪਾਉਣਾ ਨਹੀਂ ਨਾ ਢਿੱਲੋਂ ਸਾਹਿਬ। ਫਿਰ ਆਹੀ ਤਾਂ ਰੌਲਾ ਨਾ ਜੀ। ਇਹ ਮਤਲਬ ਵੀ ਘੱਟੋ ਘੱਟ ਇੱਥੇ ਤਾਂ ਜਿਹੜੇ ਭ੍ਰਿਸ਼ਟ ਬੰਦਿਆਂ ਦੇ ਨਾਲ ਤਾਂ ਮਤਲਬ ਤੁਸੀਂ ਜਿਹੜੀ ਹੈ ਨਾ ਉਹ ਤਰਫਦਾਰੀ ਨਾ ਕਰੋ ਨਾ, ਤਾਂ ਸਾਰੇ ਹੋਣੇ ਚਾਹੀਦੇ। ਬੀਜੇਪੀ ਵਾਲੇ ਜਿਹੜੇ ਜੁਆਇਨ ਕਰ ਗਏ ਜਾਂ ਬੀਜੇਪੀ ਦੇ ਨਾਲ ਨਾ ਈਡੀ ਤਾਂ ਕੀ ਚੱਕਣੀਆਂ, ਸਟੇਟ ਗਵਰਨਮੈਂਟਾਂ ਵੀ ਨਹੀਂ ਚੱਕਦੀਆਂ। ਨਾ ਉਹ ਤਾਂ ਫਿਰ ਉੱਤੇ ਬੈਠੇ, ਨਹੀਂ ਤਾਂ ਫਿਰ ਅਗਲੇ ਕੀ ਕਹਿੰਦੇ ਸਟੇਟ ਗਵਰਨਮੈਂਟ ਝਾਕੂਗੀ ਤਾਂ ਉੱਤੋਂ ਉਹ ਆ ਜਾਣਗੇ। ਜਿਵੇਂ ਲੈਫਟੀਨੈਂਟ ਜੀ ਗਵਰਨਰ ਸਾਹਿਬ ਨੇ CBI ਦੀ ਇਨਕੁਆਇਰੀ ਖੋਲ੍ਹਤੀ ਹੈ। ਆਓ ਖੈਰ ਗੱਲ ਹੁੰਦਾ ਰਿਹਾ ਕਿਉਂਕਿ ਚੱਲ ਸਕਦੇ ਨਹੀਂ ਗੇ। ਕਹਿਣ ਨੂੰ ਤਾਂ ਸਾਰੇ ਕਹਿੰਦੇ ਸੀ ਇਮਾਨਦਾਰੀ ਨਾਲ ਚੱਲਦੇ ਆ, ਪਰ ਇਮਾਨਦਾਰੀ ਵਾਲੀ ਗੱਲ ਉਹਨੂੰ ਦਿਖਦੀ ਹੈ ਨਾ। ਬਿਲਕੁਲ। ਮੈਂ ਇੱਕ ਵੱਡੇ ਸੀਨੀਅਰ ਪੱਤਰਕਾਰ ਨੂੰ ਦੇਖਿਆ ਬੋਲਦੇ ਨੂੰ, ਕਹਿੰਦਾ ਜਿੱਥੇ ਦਾਰੂ ਆ ਗਈ, ਦਾਰੂ ਦੇ ਵਿੱਚ ਹੇਰਾ ਫੇਰੀ ਨਾ ਹੋਵੇ ਤਾਂ ਸੰਭਵ ਹੀ ਨਹੀਂ। ਬਿਲਕੁਲ। ਇਹ ਤਾਂ ਕਿੱਤਾ ਹੀ ਇਹੋ ਜਿਹਾ। ਇਹ ਹੁਣ ਗੱਲ ਵੀ ਫਿਰ ਮੇਰਾ ਖਿਆਲ ਇਹੀ ਹੈ ਵੀ ਆ ਦਾਰੂ ਦੂਰੂ ਵਾਲਾ ਚੱਕਰ ਕਿਤੇ ਕੋਈ ਸਾਡਾ ਨਾ ਖੋਲ ਲੈ ਤਾਂ ਹੀ ਨਹੀਂ ਕੁਛ ਕਰਦੇ। ਬਸ ਸੋ ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਪ੍ਰੋਗਰਾਮ ਸ਼ਮਾਂ ਦਾ ਇਸੇ ਤਰ੍ਹਾਂ ਜਾਰੀ ਰਹੇਗਾ। ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਨੇ ਜੀ।